ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭੈ ਭਾਏ। ਜਨਮ ਮਰਨ ਨਿਹਚਲ ਭਏ, ਗੁਰਮੁਖ ਨਾਮ ਧਿਆਏ। ਗੁਰ ਸਾਧੂ ਸੰਗਤ ਮਿਲੈ, ਹੀਰੇ ਰਤਨ ਲਭੰਨ। ਨਾਨਕ ਲਾਲ ਅਮੋਲ ਕਾ, ਗੁਰਮੁਖ ਖੋਜ ਲਹੰਨ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭੈ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਵਾਰਾਂ ਤੇ ਵਧੇਕ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। ਤੀਜੇ ਪਾਤਸ਼ਾਹ ਭੱਲਿਆਂ ਦੀ ਬੰਸ ਦੀ ਅਵਤੰਸ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 29 ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅਗਲੇ ਸ਼ਲੋਕਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਸਭ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕਰੋ ਤੇ ਨਾਲ ਹੀ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭੈ ਭਾਏ। ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ ਨੇ, ਵਿਛੜੇ ਕਿਉਂ ਹਨ? ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਕੀਤੇ ਕਰਮਾਂ ਕਰਕੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਕੀਤੇ ਕਰਮਾਂ ਕਰਕੇ ਵਾਹਿਗੁਰੂ ਤੋਂ ਵਿਛੜੇ ਹੋਏ ਨੇ, ਇੱਕ ਜਨਮ ਤੋਂ ਨਹੀਂ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਨੇ, ਕੀ ਉਹਨਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਹੋ ਸਕਦਾ ਹੈ? ਹਾਜ਼ੂਰ ਕਹਿੰਦੇ ਕਿਉਂ ਨਹੀਂ।
ਹੋ ਸਕਦਾ ਹੈ। ਕਿਵੇਂ ਹੋ ਸਕਦਾ ਹੈ, ਉਹਦੇ ਬਾਰੇ ਇਸ ਸ਼ਲੋਕ ਦੇ ਵਿੱਚ ਚਾਨਣਾ ਪਾਇਆ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੈ ਭੈ ਪਾਏ। ਜਿਹੜੇ ਕੀਤੇ ਕਰਮਾਂ ਕਰਕੇ ਉਸ ਵਾਹਿਗੁਰੂ ਤੋਂ ਵਿਛੜੇ ਹੋਏ ਹਨ, ਇੱਕ ਜਨਮ ਤੋਂ ਹੀ ਨਹੀਂ, ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਸਨ, ਅਥਵਾ ਤਨ ਕਰਕੇ ਵੀ ਵਿਛੜੇ ਹੋਏ ਸਨ ਤੇ ਮਨ ਕਰਕੇ ਵੀ ਵਿਛੜੇ ਹੋਏ ਸਨ, ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪਏ। ਕਿਵੇਂ ਮਿਲੇ? ਸਤਿਗੁਰ ਕੈ ਭੈ ਪਾਏ। ਸਤਿਗੁਰੂ ਦੇ ਨਿਰਮਲ ਭੈ ਨੂੰ, ਤੇ ਪਾਏ ਦਾ ਅਰਥ ਹੈ ਪ੍ਰੇਮ। ਭੈ ਤੇ ਭਾਉ ਸ਼ਬਦ ਬਹੁਤ ਪਿਆਰੇ ਨੇ। ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ 'ਤੇ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਭੈ ਤੇ ਭਾਉ ਇਹ ਪ੍ਰਭੂ ਮਿਲਾਪ ਦੇ ਸਾਧਨ ਹਨ। ਹਜ਼ੂਰ ਫਰਮਾਉਂਦੇ ਹਨ, ਸਤਿਗੁਰੂ ਦੇ ਨਿਰਮਲ ਭੈ ਅਦਬ ਸਤਿਕਾਰ ਨੂੰ ਮਨ ਵਿੱਚ ਧਾਰਨ ਕਰਕੇ ਤੇ ਪਾਏ ਉਸ ਪ੍ਰਭੂ ਦਾ ਸੱਚਾ ਪ੍ਰੇਮ ਮਨ ਦੇ ਵਿੱਚ ਧਾਰਨ ਕਰਕੇ ਜਿਹੜੇ ਵਿਛੜੇ ਹੋਏ ਸਨ, ਉਹ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪੈਂਦੇ ਹਨ। ਜਨਮ ਮਰਨ ਨਿਹਚਲ ਭਏ, ਗੁਰਮੁਖ ਨਾਮ ਧਿਆਏ। ਗਰੀਬਾਂ ਨੂੰ ਆਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਗੁਰੂ ਦੇ ਨਿਰਮਲ ਭੈ ਤੇ ਭਾਉ ਵਿੱਚ ਆ ਜਾਂਦੇ ਨੇ, ਗੁਰਮੁਖ ਨਾਮ ਤੇ ਆਏ, ਫਿਰ ਉਹ ਗੁਰਮੁਖ ਬਣ ਕੇ, ਗੁਰੂ ਦੇ ਆਗਿਆਕਾਰੀ ਸਿੱਖ ਬਣ ਕੇ ਨਾਮ ਤੇ ਆਏ, ਵਾਹਿਗੁਰੂ ਦੇ ਨਾਮ ਨੂੰ ਧਿਆਉਣ ਲੱਗ ਜਾਂਦੇ ਨੇ। ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਹੁੰਦੀ ਹੈ। ਜਨਮ ਮਰਨ ਨਿਹ ਚੱਲ ਪਏ, ਫਿਰ ਉਹ ਜਨਮ ਤੇ ਮਰਨ ਤੋਂ ਵੀ ਅਚਲ ਹੋ ਗਏ। ਜਨਮ ਮਰਨ ਤੋਂ ਵੀ ਉਹਨਾਂ ਨੂੰ ਛੁਟਕਾਰਾ ਪ੍ਰਾਪਤ ਹੋ ਗਿਆ। ਉਹਨਾਂ ਨੂੰ ਅਮਰ ਤੇ ਅਟਲ ਪਦਵੀ ਪ੍ਰਾਪਤ ਹੋ ਗਈ, ਜਿੱਥੇ ਜਾ ਕੇ ਜਨਮ ਮਰਨ ਵੀ ਮੁੱਕ ਜਾਂਦਾ ਹੈ। ਗੁਰ ਸਾਧੂ ਸੰਗਤ ਮਿਲੈ, ਹੀਰੇ ਰਤਨ ਲਭਨ। ਜਿਹੜਾ ਗੁਰਸਿੱਖ ਮਾਈ ਪਾਈ ਗੁਰ ਸਾਧੂ, ਸਾਧੂ ਸ੍ਰੇਸ਼ ਸਤਿਗੁਰੂ ਦੀ ਸੰਗਤ ਵਿੱਚ ਮਿਲਦਾ ਹੈ, ਅਥਵਾ ਗੁਰ ਸਾਧੂ ਗੁਰੂ ਦੇ ਨਾਲ, ਤੇ ਸਾਧੂ ਜਿਹੜੇ ਗੁਰਮੁਖ ਬੰਦੇ ਨੇ, ਗੁਰਮੁਖ ਬੰਦਿਆਂ ਰਾਹੀਂ ਜਿਹੜਾ ਗੁਰੂ ਦੀ ਸੰਗਤ ਵਿੱਚ ਮਿਲਦਾ ਹੈ, ਹੀਰੇ ਰਤਨ ਲਭਨ, ਉਹਨੂੰ ਹੀਰੇ ਰਤਨ ਜਵਾਹਰਾਤ ਲੱਭ ਜਾਂਦੇ ਹਨ। ਹੀਰੇ ਰਤਨਾਂ ਤੋਂ ਮੁਰਾਦ ਹੈ ਕੀਰਤਨ ਨਿਰਮੋਲਕ ਹੀਰਾ। ਰਤਨ ਮੇਰਾ ਹੀਰਾ, ਰਤਨ ਨਾਮ ਹਰ ਬਸਿਆ। ਨਾਮ ਤੇ ਕੀਰਤਨ ਦੇ ਹੀਰੇ ਰਤਨ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ, ਅਥਵਾ ਮੋਤੀ ਮਾਣਕ ਹੀਰਾ ਹਰ ਜਸ। ਸ਼ੁਭ ਗੁਣ ਇਹ ਵੀ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਗੁਰਮੁਖਾਂ ਦੀ ਸੰਗਤ ਰਾਹੀਂ ਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਹਨ। ਨਾਨਕ ਲਾਲ ਅਮੋਲਕਾ, ਗੁਰਮੁਖ ਖੋਜ ਲਹਨ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਭ ਤੋਂ ਬੇਸ਼ਕੀਮਤੀ ਲਾਲ ਪਰਮੇਸ਼ਰ ਦਾ ਨਾਮ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਆਮੋਲ। ਉਸ ਅਮੋਲਕ ਲਾਲ ਨੂੰ ਗੁਰਮੁਖ ਖੋਜ ਲਹਾਨ। ਗੁਰਮੁਖ ਬੰਦੇ ਗੁਰੂ ਰਾਹੀਂ ਖੋਜ ਕਰਕੇ ਲਹਾਨ ਉਸ ਨੂੰ ਪ੍ਰਾਪਤ ਕਰ ਲੈਂਦੇ ਨੇ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ, ਉਹ ਨਾਮ ਰੂਪੀ ਲਾਲ ਜੋ ਅਮੋਲਕ ਬੇਸ਼ਕੀਮਤੀ ਹੈ, ਉਹ ਹੈ ਕਿੱਥੇ? ਇੱਕ ਨਾਮ ਉਹ ਹੈ ਜੋ ਗੁਰੂ ਦੇ ਪਾਸ ਹੈ। ਲੈਣ ਦੀ ਵਿਧੀ ਹੈ 5 ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ।
ਪੰਜ ਪਿਆਰੇ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਾਉਂਦੇ ਨੇ। ਇਹ ਵੀ ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦੂਜਾ ਨਾਮ ਸਾਡੇ ਅੰਦਰ ਵੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸਰਾਮ। ਉਹ ਨਾਮ ਰੂਪੀ ਰਤਨ ਜੋ ਸਾਡੇ ਅੰਦਰ ਹੈ। ਗੁਰਮਤਿ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ। ਗੁਰਮੁਖ ਉਹਦੀ ਖੋਜ ਕਰਦੇ ਨੇ, ਤਲਾਸ਼ ਕਰਦੇ ਹਨ ਤੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। ਮਨਮੁਖ ਨਾਮ ਨਾ ਚੇਤਿਓ, ਤਿਗ ਜੀਵਨ ਤਿਗ ਵਾਸ। ਗੁਰਮੁਖ ਬੰਦੇ ਵਾਹਿਗੁਰੂ ਦਾ ਨਾਮ ਜਪਦੇ ਨੇ, ਪਰ ਮਨਮੁਖ ਬੰਦਿਆਂ ਨੇ ਕਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕੀਤਾ। ਕਿਉਂ? ਉਹਨਾਂ ਦੇ ਭਾਗ ਹੀ ਮਾੜੇ ਨੇ। ਉਹ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਆ ਸਕਦੇ। ਉਹ ਗੁਰੂ ਦੀ ਸਿੱਖੀ ਵੀ ਨਹੀਂ ਧਾਰਨ ਕਰ ਸਕਦੇ। ਉਹ ਗੁਰੂ ਦੀ ਸਿੱਖਿਆ ਵੀ ਨਹੀਂ ਕਮਾ ਸਕਦੇ ਅਤੇ ਨਾ ਹੀ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ। ਫਿਰ ਉਹਨਾਂ ਨੇ ਨਾਮ ਨੂੰ ਕੀ ਚੇਤੇ ਕਰਨਾ ਹੈ? ਮਨਮੁਖ ਬੰਦਿਆਂ ਨੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ। ਤਿਗ ਜੀਵਨ ਤਿਗ ਵਾਸ। ਉਹਨਾਂ ਦੇ ਜੀਵਨ ਨੂੰ ਵੀ ਤਰਕਾਰ ਹੈ, ਲੱਖ ਲਾਹਨਤ ਹੈ, ਅਤੇ ਵਾਸ ਜਿੱਥੇ ਰਹਿੰਦੇ ਨੇ ਉਸ ਘਰ ਨੂੰ, ਉਸ ਵਸੇਬੇ ਨੂੰ ਤਿਗ ਤਰਕਾਰ ਹੈ, ਲੱਖ ਲਾਹਨਤ ਹੈ। ਅਥਵਾ ਤਿਗ ਵਾਸ, ਜਿਹੜਾ ਜੀਵਨ ਜੀ ਰਹੇ ਨੇ ਉਹਨੂੰ ਵੀ ਤਰਕਾਰ ਹੈ। ਵਾਸ ਜਿਹੜੇ ਜੀਵਨ ਦੀ ਇੱਛਾ ਲਾਈ ਬੈਠੇ ਨੇ, ਅਸੀਂ ਹੋਰ ਲੰਬਾ ਸਮਾਂ ਜੀਵਨ ਭੋਗੀਏ, ਉਹਨਾਂ ਦੀ ਇਸ ਵਾਸ ਵਾਸ਼ਨਾ ਨੂੰ ਵੀ, ਇੱਛਾ ਨੂੰ ਵੀ ਤਰਕਾਰ ਹੈ। ਜਿਸ ਦਾ ਦਿੱਤਾ ਖਾਣਾ ਪਹਿਨਣਾ, ਸੋ ਮਨ ਨਾ ਵਸਿਓ ਗੁਣ ਤਾਸ। ਮਹਾਰਾਜ ਉਹਦੇ ਜੀਵਨ ਨੂੰ ਤੇ ਉਹਦੇ ਜੀਵਨ ਦੇ ਗਾਂ ਸੰਕਲਪ ਨੂੰ ਤਰਕਾਰ ਕਿਉਂ ਕਿਹਾ ਹੈ? ਹਜ਼ੂਰ ਫਰਮਾਉਂਦੇ ਨੇ, ਜਿਸ ਦਾ ਦਿੱਤਾ ਹੋਇਆ ਅਸੀਂ ਖਾਂਦੇ ਤੇ ਪਹਿਨਦੇ ਹਾਂ। ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਸੋ ਮਨ ਨਾ ਵਸਿਓ ਗੁਣ ਤਾਸ। ਸੋ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਉਹ ਕਦੀ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੀ ਨਹੀਂ। ਕਦੇ ਰੱਬ ਉਹਨਾਂ ਨੂੰ ਯਾਦ ਹੀ ਨਹੀਂ ਆਇਆ। ਇਸ ਵਾਸਤੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਮਨਮੁਖ ਬੰਦੇ ਨੂੰ ਦਾਤਾ ਭੁੱਲ ਜਾਂਦਾ ਹੈ ਅਤੇ ਦਾਤਾਂ ਦੇ ਨਾਲ ਹੀ ਪਿਆਰ ਕਰਨ ਲੱਗ ਜਾਂਦਾ ਹੈ। ਐਸੇ ਮਨਮੁਖ ਬੰਦੇ ਦੇ ਜੀਵਨ ਨੂੰ ਤਰਕਾਰ ਹੈ, ਉਹਦੇ ਵਸੇਬੇ ਨੂੰ ਵੀ ਲੱਖ ਲਾਹਨਤ ਹੈ। ਇਹੋ ਮਨ ਸ਼ਬਦ ਨਾ ਭੇਦਿਓ, ਕਿਉਂ ਹੋਵੈ ਘਰ ਵਾਸ। ਉਹਨੂੰ ਅਸਲੀ ਘਰ ਦੀ ਵੀ ਸੋਝੀ ਨਹੀਂ ਹੈ। ਸਾਨੂੰ ਵੀ ਅਸਲੀ ਘਰ ਦੀ ਸੋਝੀ ਨਹੀਂ ਹੈ। ਅਸੀਂ ਘਰਾਂ ਦੇ ਮੋਹ ਦੇ ਵਿੱਚ ਹੀ ਫਸੇ ਰਹਿੰਦੇ ਹਾਂ। ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੈ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀਂ। ਸਾਡਾ ਅਸਲੀ ਘਰ ਕਿਤੇ ਹੋਰ ਹੈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਹੁਣ ਉਸ ਘਰ ਦੀ ਸਾਨੂੰ ਕੋਈ ਸਾਰ ਹੀ ਨਹੀਂ ਹੈ। ਇਹੋ ਮਨ ਸ਼ਬਦ ਨਾ ਭੇਦਿਓ। ਮਨਮੁਖ ਦਾ ਇਹ ਮਨ ਸ਼ਬਦ ਦੇ ਵਿੱਚ ਭੇਦਿਓ ਦਾ ਅਰਥ ਮਿਲਿਆ ਨਹੀਂ ਹੈ, ਅਥਵਾ ਭੇਦਿਓ ਦਾ ਅਰਥ ਵਿੰਨਣਾ ਵੀ ਕੀਤਾ ਹੈ। ਗੁਰੂ ਕੇ ਸ਼ਬਦ ਰਾਹੀਂ ਮਨਮੁਖ ਦਾ ਇਹ ਮਨ ਵਿੰਨਿਆ ਨਹੀਂ ਗਿਆ। ਕਿਉਂ ਹੋਵੇ ਘਰ ਵਾਸ? ਦੱਸੋ ਫਿਰ ਅਸਲੀ ਜਿਹੜਾ ਸਾਡਾ ਘਰ ਹੈ। ਸਹਿਜ ਪਦ, ਚੌਥਾ ਪਦ, ਤੁਰਿਆ ਅਵਸਥਾ, ਵਾਹਿਗੁਰੂ ਪਰਮੇਸ਼ਰ ਦੇ ਚਰਨ, ਉੱਥੇ ਸਾਡਾ ਨਿਵਾਸ ਕਿਵੇਂ ਹੋ ਸਕਦਾ ਹੈ? ਮਨ ਮੁਖੀਆ ਦੁਹਾਗਣੀ, ਆਵਣ ਜਾਣ ਮੁਈ ਆਸ। ਮਨਮੁਖ ਆਦਮੀ ਦੁਹਾਗਣ ਵਰਗਾ ਹੁੰਦਾ ਹੈ। ਦੁਹਾਗਣ ਉਹ ਹੈ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮਹੁ ਕੁਥੀਆਂ ਫਿਰਹਿ ਨਿਮਾਣੀਆਂ। ਜਿਨ੍ਹਾਂ ਦਾ ਆਪਣੇ ਪਤੀ ਪਰਮੇਸ਼ਰ ਦੇ ਨਾਲ
ਪਿਆਰ ਨਹੀਂ ਹੁੰਦਾ। ਹੋਰ ਪਾਸੇ ਖੇ ਖਾਂਦੀਆਂ ਨੇ ਜਿਹੜੀਆਂ ਮਨਮੁਖ ਰੂਹਾਂ ਨੇ, ਉਹ ਦੁਹਾਗਵੰਤੀਆਂ ਇਸਤਰੀਆਂ ਵਾਂਗ ਨੇ। ਆਵਨ ਜਾਣ ਮੁਈ ਆਸ, ਉਹ ਤੇ ਆਉਣ ਜਾਣ ਦੇ ਵਿੱਚ ਹੀ ਮਰ ਖੱਪ ਜਾਂਦੀਆਂ ਨੇ। ਇਹਦਾ ਮਤਲਬ ਇਹ ਹੈ, ਉਹ ਕਦੇ ਪੇਕੇ ਘਰ ਜਾਂਦੀਆਂ ਨੇ, ਕਦੇ ਸਹੁਰੇ ਘਰ ਆਉਂਦੀਆਂ ਨੇ, ਨਾ ਪੇਕੇ ਝੱਲਦੇ ਨੇ, ਨਾ ਸਹੁਰੇ ਘਰ ਵਾਲੇ ਰਹਿਣ ਦਿੰਦੇ ਨੇ, ਤੇ ਇੱਧਰ ਉੱਧਰ ਧੱਕੇ ਖਾਂਦੀਆਂ ਮਰ ਖੱਪ ਜਾਂਦੀਆਂ ਹਨ। ਗੁਰਮੁਖ ਨਾਮ ਸੁਹਾਗ ਹੈ, ਮਸਤਕ ਮਣੀ ਲਿਖਿਆਸ। ਇਸੇ ਤਰ੍ਹਾਂ ਮਨਮੁਖ ਰੂਹਾਂ ਆਵਨ ਜਾਣ ਮੁਈ ਆਸ, ਉਹ ਸੱਚੇ ਸਤਿਗੁਰੂ ਨੂੰ ਛੱਡ ਕੇ ਕਦੇ ਮੜੀਆਂ ਮਸਾਣੀਆਂ ਨੂੰ ਮੰਨਣ ਚਲੀਆਂ ਜਾਂਦੀਆਂ ਨੇ, ਕੋਈ ਜਾਦੂ ਟੂਣੇ ਕਰਨ ਵਾਲੇ ਪਖੰਡੀ ਸਾਧਾਂ ਦੇ ਕੋਲ ਚਲੀਆਂ ਜਾਂਦੀਆਂ ਨੇ, ਕੋਈ ਦੇਹਧਾਰੀ ਅਖੌਤੀ ਪਖੰਡੀ ਗੁਰੂਆਂ ਦੇ ਕੋਲ ਚਲੀਆਂ ਜਾਂਦੀਆਂ ਨੇ। ਇੱਧਰ ਉੱਧਰ ਭਟਕਦਿਆਂ ਹੋਇਆਂ ਉੱਥੇ ਮਰ ਖੱਪ ਜਾਂਦੀਆਂ ਨੇ, ਪਰ ਉਹ ਸੱਚੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੀਆਂ। ਗੁਰਮੁਖ ਨਾਮ ਸੁਹਾਗ ਹੈ। ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਗੁਰਮੁਖ ਰੂਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਫਿਰ ਉਹਨਾਂ ਨੂੰ ਪਤੀ ਪਰਮੇਸ਼ਰ ਦਾ ਸੁਹਾਗ ਵੀ ਪ੍ਰਾਪਤ ਹੁੰਦਾ ਹੈ। ਮਸਤਕ ਮਣੀ ਲਿਖਿਆਸ, ਪਰ ਇਹ ਸੁਹਾਗ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਮੱਥੇ ਦੇ ਉੱਤੇ, ਮਣੀ ਦਾ ਅਰਥ ਹੈ ਸ਼੍ਰੋਮਣੀ ਭਾਗ, ਲਿਖਿਆਸ ਲਿਖਿਆ ਹੁੰਦਾ। ਉਹਨਾਂ ਨੂੰ ਨਾਮ ਤੇ ਸੁਹਾਗ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਮਸਤਕ ਮਣੀ ਲਿਖਿਆਸ, ਮਣੀ ਦਾ ਅਰਥ ਹੈ ਸ਼੍ਰੋਮਣੀ, ਦੂਜਾ ਮਣੀ ਦਾ ਅਰਥ ਹੈ ਰੱਤੀ, ਜਿਨ੍ਹਾਂ ਦੇ ਮੱਥੇ 'ਤੇ ਭਾਗਾਂ ਦੀ ਰੱਤੀ ਲਿਖੀ ਹੋਈ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤਾ ਹੈ ਮਸਤਕ ਮਣੀ ਲਿਖਿਆਸ, ਉਹਨਾਂ ਦੇ ਮੱਥੇ 'ਤੇ ਟਿੱਕਾ ਲਾਇਆ ਹੁੰਦਾ ਹੈ, ਪਰ ਇਹ ਕੋਈ ਢੁਕਦਾ ਨਹੀਂ ਹੈ। ਮਸਤਕ ਮਣੀ ਲਿਖਿਆਸ, ਜਿਨ੍ਹਾਂ ਦੇ ਮੱਥੇ ਉੱਤੇ ਮਣੀ ਸ਼੍ਰੋਮਣੀ ਭਾਗ ਲਿਖਿਆ ਹੁੰਦਾ ਹੈ, ਅਤੇ ਉਹਨਾਂ ਨੂੰ ਨਾਮ ਦਾ ਤੇ ਪਰਮੇਸ਼ਰ ਪਤੀ ਦਾ ਸੁਹਾਗ ਪ੍ਰਾਪਤ ਹੁੰਦਾ ਹੈ। ਹਰ ਹਰ ਨਾਮ ਉਰ ਧਾਰਿਆ, ਹਰ ਹਿਰਦੈ ਕਮਲ ਪ੍ਰਗਾਸ। ਉਹਨਾਂ ਗੁਰਮੁਖ ਰੂਹਾਂ ਨੇ ਜੋ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਤੇ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਜੋ ਵਾਹਿਗੁਰੂ ਦਾ ਨਾਮ ਹੈ। ਹਰੀ ਹਰਤੀ ਪਾਪਾਨੀ ਦੁਸ਼ਚਿਤ ਅਪੀ ਸਿਮਰਤਾ, ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਹਰ ਹਿਰਦਾ ਕਮਲ ਪ੍ਰਗਾਸ, ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਹਿਰਦਾ ਕਮਲ ਦੇ ਫੁੱਲ ਵਾਂਗੂ, ਪ੍ਰਗਾਸ ਦਾ ਅਰਥ ਹੈ ਖਿੜ ਜਾਂਦਾ ਹੈ। ਸਤਿਗੁਰ ਸੇਵਨ ਆਪਣਾ, ਹੋਂ ਸਦ ਬਲਿਹਾਰੀ ਤਾਸ। ਜਿਹੜੀਆਂ ਗੁਰਮੁਖ ਰੂਹਾਂ ਦਰਗਾਹੀ ਵਸੀਠ ਸਤਿਗੁਰੂ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਾਸੀਠ। ਜਿਨ੍ਹਾਂ ਗੁਰਮੁਖ ਰੂਹਾਂ ਨੇ ਸੱਚੇ ਸਤਿਗੁਰੂ ਦੀ, ਆਪਣੇ ਸੱਚੇ ਸਤਿਗੁਰੂ ਦੀ ਸੇਵਾ ਕੀਤੀ ਹੈ, ਉਹਨਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋਇਆ। ਹਉ ਸਦ ਬਲਿਹਾਰੀ ਤਾਸ, ਅਸੀਂ ਉਹਨਾਂ ਗੁਰਮੁਖ ਰੂਹਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਨਾਨਕ ਤਿੰਨ ਮੁਖ ਉਜਲੇ, ਜਿਨ ਅੰਤਰ ਨਾਮ ਪ੍ਰਗਾਸ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਉਹਨਾਂ ਗੁਰਮੁਖ ਰੂਹਾਂ ਦੇ ਲੋਕ ਤੇ ਪਰਲੋਕ ਦੇ ਵਿੱਚ ਮੁਖ ਵੀ ਉਜਲੇ ਹੁੰਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਅੰਦਰ ਨਾਮ ਦਾ ਚਾਨਣ ਹੋ ਜਾਂਦਾ, ਨਾਮ ਦਾ ਦੀਵਾ ਜਗ ਪੈਂਦਾ, ਅਥਵਾ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਤੇ ਆਤਮਿਕ ਗਿਆਨ ਦਾ, ਬ੍ਰਹਮ ਗਿਆਨ ਦਾ ਚਾਨਣ ਹੋ ਜਾਂਦਾ ਹੈ। ਸ਼ਬਦ ਮਰੈ ਸੋਈ ਜਨ ਸਿਜੈ, ਬਿਨ ਸ਼ਬਦੈ ਮੁਕਤ ਨਾ ਹੋਈ। ਹੁਣ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ, ਇਸ ਜੀਵਨ ਦੀ ਬਾਜੀ ਨੂੰ ਕਿਵੇਂ ਸਿੱਧ ਕੀਤਾ ਜਾ ਸਕਦਾ ਹੈ, ਜਿੱਤਿਆ ਜਾ ਸਕਦਾ ਹੈ। ਤਾਂ ਹਜ਼ੂਰ ਫਰਮਾਉਂਦੇ ਨੇ, ਸ਼ਬਦ ਮਰੈ ਸੋਈ ਜਨ ਸਿਜੈ। ਜਿਹੜਾ ਗੁਰਸਿੱਖ ਸ਼ਬਦ ਦੁਆਰਾ
ਮਾਰਨ ਦੀ ਜਾਚ ਸਿੱਖ ਲੈਂਦਾ ਹੈ, ਸੋਈ ਜਨ ਸਿੱਝੈ, ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਲੈਂਦਾ ਹੈ। ਸਿੱਝਾ ਦਾ ਅਰਥ ਹੈ ਪੁੱਗ ਜਾਣਾ, ਜਿੱਤ ਜਾਣਾ, ਫਤਿਹ ਹਾਸਲ ਕਰਨੀ, ਕਿਸੇ ਕਾਰਜ ਨੂੰ ਨੇਪਰੇ ਚੜਾ ਦੇਣਾ। ਇਹ ਸਿੱਝਾ ਦੇ ਅਰਥ ਨੇ। ਸ਼ਬਦ ਮਰਿਆ, ਜਿਹੜਾ ਸ਼ਬਦ ਦੇ ਬਾਣ ਦੇ ਨਾਲ ਮਰ ਜਾਂਦਾ। ਝੂਟੈ ਸੇਤੀ ਜੋ ਮਰੈ, ਲੱਗੀ ਸਾ ਪ੍ਰਵਾਨ। ਸੋਈ ਜਨ ਸਿੱਝੈ, ਉਹ ਗੁਰਮੁਖ ਪਿਆਰਾ ਸਿੱਝ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਬਿਨ ਸ਼ਬਦਾ ਮੁਕਤ ਨਾ ਹੋਏ, ਬਿਨਾਂ ਸ਼ਬਦ ਦੀ ਕਮਾਈ ਤੋਂ ਕੋਈ ਮੁਕਤ ਨਹੀਂ ਹੋ ਸਕਦਾ। ਮੋਹ ਮਾਇਆ ਦੇ ਵਿਕਾਰਾਂ ਦੇ ਬੰਧਨਾਂ ਤੋਂ ਕੋਈ ਛੁੱਟ ਨਹੀਂ ਸਕਦਾ। ਭੇਖ ਕਰਹਿ ਬਹੁ ਕਰਮ ਵਿਗੁੱਤੇ, ਭਾਏ ਦੂਜੈ ਪਰਜ ਵਿਗੋਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਪਖੰਡੀ ਲੋਕ ਭੇਖ ਕਰੈ। ਭੇਖ ਵੀ ਕਈ ਤਰ੍ਹਾਂ ਦੇ ਧਾਰਨ ਕਰਦੇ ਨੇ। ਜਮਨਾ ਗਏ ਜਮਨਾ ਦਾਸ, ਗੰਗਾ ਗਏ ਗੰਗਾ ਰਾਮ ਬਣ ਜਾਂਦੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭੇਖੀ ਆਦਮੀ ਬਹੁਤੇ ਭੇਖ ਕਰਦੇ ਨੇ ਅਤੇ ਬਹੁ ਕਰਮ ਕਮਾਵੇ, ਅਤੇ ਬਹੁਤ ਸਾਰੇ ਸਕਾਮ ਕਰਮ ਵੀ ਕਰਦੇ ਨੇ, ਪਖੰਡ ਦੇ ਕਰਮ ਵੀ ਕਰਦੇ ਨੇ। ਪਾਏ ਦੂਜਾ ਪਰਜ ਵਿਗੋਈ, ਪਰ ਪ੍ਰੇਮ ਉਹਨਾਂ ਦਾ ਦੂਜੇ ਪਾਸੇ ਹੈ, ਪਰਮੇਸ਼ਰ ਨਾਲ ਨਹੀਂ, ਮਾਇਆ ਦੇ ਨਾਲ ਹੈ। ਉਸ ਮਾਇਆ ਦੇ ਮੋਹ ਦੇ ਕਾਰਨ ਸਾਰੀ ਪਰਜਾ ਵਿਗੋਈ, ਖੁਆਰ ਖੱਜਲ ਖੁਆਰ ਹੁੰਦੀ ਹੈ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ, ਜੇ ਸੋ ਲੋਚੈ ਕੋਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਬਿਨਾਂ ਸਤਿਗੁਰੂ ਦੀ ਸ਼ਰਨ ਆਇਆ ਨਾਮ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਜੇ ਸੌ ਲੋਚੈ ਕੋਈ, ਭਾਵੇਂ ਕੋਈ 100 ਵਾਰੀ ਚਾਹੀ ਜਾਏ, 100 ਵਾਰੀ ਇੱਛਾ ਕਰੀ ਜਾਵੇ ਬਈ ਮੈਨੂੰ ਨਾਮ ਦੀ ਦਾਤ ਮਿਲ ਜਾਵੇ, ਜੇ ਨਾਮ ਦੀ ਦਾਤ ਲੈਣੀ ਹੈ ਉਸ ਨੂੰ ਸਤਿਗੁਰੂ ਦੀ ਸ਼ਰਨ ਵਿੱਚ ਹੀ ਆਉਣਾ ਪੈਣਾ। ਉਹਨੂੰ ਪੰਜਾਂ ਪਿਆਰਿਆਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਪੈਣਾ। ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣਾ ਪੈਣਾ। ਉਹਨੂੰ ਬਾਣੀ ਤੇ ਬਾਣੀ ਦੀ ਰਹਿਤ ਨੂੰ ਵੀ ਧਾਰਨ ਕਰਨਾ ਪੈਣਾ, ਤੇ ਫੇਰ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰਿ ਕਾ ਨਾਉ ਅਤਿ ਵੱਡ ਊਚਾ, ਊਚੀ ਹੂ ਊਚਾ ਹੋਈ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਅਤਿ ਵੱਡ ਉੱਚਾ, ਅਤਿਸ਼ੈ ਕਰਕੇ ਬਹੁਤ ਵੱਡਾ ਹੈ ਤੇ ਬਹੁਤ ਉੱਚਾ ਵੀ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਉੱਚੀ ਹੀ ਉੱਚਾ ਹੋਈ, ਜਿਹੜਾ ਉੱਚੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਹੀ ਭਾਈ ਉੱਚਾ ਹੁੰਦਾ। ਵਾਹਿਗੁਰੂ ਦਾ ਨਾਮ ਸਾਰੇ ਸਾਧਨਾਂ ਦੇ ਨਾਲੋਂ ਸ਼੍ਰੋਮਣੀ ਹੈ, ਸਰਵੋਤਮ ਹੈ, ਸਰਵ ਸ੍ਰੇਸ਼ਟ ਹੈ, ਸਭ ਤੋਂ ਉੱਚਾ ਹੈ। ਅਤੇ ਜਿਹੜਾ ਨਾਮ ਦੇ ਨਾਲ ਜੁੜ ਜਾਵੇ ਭਾਈ, ਫਿਰ ਉਹ ਉੱਚਿਆਂ ਤੋਂ ਵੀ ਉੱਚਾ ਹੋ ਜਾਂਦਾ। ਜਿਵੇਂ ਹਜ਼ੂਰ ਦੇ ਬਚਨ ਹਨ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਬੜੇ ਬੜੇ ਵਿਦਵਾਨ, ਉਹਨਾਂ ਦਾ ਵੀ ਆਪਣੇ ਸਮੇਂ ਵਿੱਚ ਨਾਂ ਹੁੰਦਾ, ਸੂਰਮਿਆਂ ਦਾ ਵੀ ਨਾਂ ਗਿਣਿਆ ਜਾਂਦਾ। ਰਾਜੇ ਮਹਾਰਾਜੇ ਵੀ ਆਪਣੀ ਹਕੂਮਤ ਦੀ ਧੌਂਸ ਜਮਾਉਂਦੇ ਹਨ। ਦੁਨੀਆ ਦੇ ਲੋਕ ਆਪਣਾ ਨਾਂ ਬਣਾਉਂਦੇ ਨੇ, ਪਰ ਵਾਹਿਗੁਰੂ ਦੇ ਭਗਤਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਇੱਕ ਵਾਰ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ। 52 ਕਵੀ, ਕਿਸ਼ੋਰ ਦਾਸ ਵਰਗੇ ਵਿਦਵਾਨ ਪੰਡਤ, ਭਾਈ ਨੰਦ ਲਾਲ ਜੀ ਵਰਗੇ, ਆਲਮ ਫਾਜ਼ਲ, ਭਾਈ ਧੰਨਾ ਸਿੰਘ ਕਵੀ ਵਰਗੇ ਬੜੇ ਬੜੇ ਕਵੀ ਰਾਜ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਬੈਠੇ ਸਨ। ਅਚਾਨਕ ਕਬੀਰ ਭਗਤ ਜੀ ਦਾ ਜ਼ਿਕਰ ਸ਼ੁਰੂ ਹੋ ਗਿਆ। ਕਲਗੀਧਰ ਪਾਤਸ਼ਾਹ ਨੇ ਇਹਨਾਂ ਵਿਦਵਾਨਾਂ ਦਾ ਵਹਿਮ ਭਰਮ ਦੂਰ ਕਰਨਾ ਸੀ, ਕਿਉਂਕਿ ਆਪਣਾ ਇਹਨਾਂ ਨੂੰ ਹੰਕਾਰ ਹੁੰਦਾ ਹੈ ਨਾ, ਹਮ ਬੜ ਕਬ ਕੁਲੀਨ, ਹਮ ਪੰਡਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ।
ਹੁਣ ਇਹਨਾਂ ਦਾ ਹੰਕਾਰ ਦੂਰ ਕਰਨਾ ਸੀ। ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਸਾਰੇ ਵਿਦਵਾਨ ਸੱਜਣ ਬੈਠੇ ਹੋ, ਤੁਸੀਂ ਇਹ ਫੈਸਲਾ ਕਰੋ, ਭਗਤ ਕਬੀਰ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ? ਵਿਦਵਾਨ ਸੋਚਣ ਲੱਗ ਪਏ। ਕਿਸੇ ਨੇ ਇੱਕ ਬਾਦਸ਼ਾਹ ਦਾ ਨਾਮ ਲਿਆ, ਦੂਜੇ ਨੇ ਦੂਜੇ ਦਾ ਲਿਆ, ਤੀਜੇ ਨੇ ਤੀਜੀ ਦਾ ਲਿਆ। ਵਿਦਵਾਨਾਂ ਦੀ ਜਦੋਂ ਆਪਸ ਵਿੱਚ ਚਰਚਾ ਹੁੰਦੀ ਹੈ, ਗੁਫ਼ਤਗੂ ਹੁੰਦੀ ਹੈ, ਫਿਰ ਉਹ ਨਵੀਆਂ ਗੱਲਾਂ ਕੱਢਦੇ ਨੇ। ਕਈ ਤਾਂ ਖੋਜ ਕਰਕੇ ਕੋਈ ਨਾ ਕੋਈ ਗੱਲ ਕਹਿੰਦੇ ਨੇ, ਕੋਈ ਬਿਨਾਂ ਖੋਜਿਆਂ ਕੋਲੋਂ ਵੀ ਢਕੌਂਸਲੇ ਕੱਢ ਲੈਂਦੇ ਨੇ, ਉਗਦੀਆਂ ਪਾਤਾਲ ਮਾਰਦੇ ਰਹਿੰਦੇ ਨੇ। ਹੁਣ ਜਿੰਨੇ ਵਿਦਵਾਨ ਬੈਠੇ ਸਨ ਆਪਸ ਵਿੱਚ ਬਹਿਸ ਕਰਨ ਲੱਗ ਪਏ, ਕੋਈ ਅੰਤੋਂ ਫੈਸਲਾ ਨਾ ਹੋਇਆ। ਆਖਿਰ ਕਲਗੀਧਰ ਪਾਤਸ਼ਾਹ ਦੇ ਪਾਸ ਸਾਰਿਆਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਰਬੱਗ ਸਤਿਗੁਰੂ ਹੋ, ਤੁਸੀਂ ਫੈਸਲਾ ਕਰੋ, ਭਗਤ ਕਬੀਰ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ? ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਕੋਈ ਹੋਵੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਅਸੀਂ ਤਾਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ, ਕਬੀਰ ਭਗਤ ਇੱਕ ਗਰੀਬ ਸੀ, ਸਾਧਾਰਨ ਮਨੁੱਖ ਸੀ, ਜੁਲਾਹਿਆਂ ਦੇ ਘਰ ਦਾ ਉਹਦਾ ਜਨਮ ਸੀ, ਪਰ ਉਹਨੇ ਵਾਹਿਗੁਰੂ ਦਾ ਨਾਮ ਜਪਿਆ। ਹਰ ਕਾ ਨਾਉ ਅਤਿ ਵੱਡ ਉੱਚਾ, ਉੱਚੀ ਹੂੰ ਉੱਚਾ ਹੋਈ। ਵੇਖ ਲਓ ਉਸ ਨਾਮ ਦੇ ਪ੍ਰਤਾਪ ਦਾ ਸਦਕਾ ਉਹਦੀ ਸਭ ਥਾਵਾਂ 'ਤੇ ਜੈ ਜੈਕਾਰ ਹੋ ਰਹੀ ਹੈ। ਧੰਨ ਕਬੀਰ ਹਰ ਕੋਈ ਆਖਦਾ। ਉਸ ਵੇਲੇ ਦੇ ਬਾਦਸ਼ਾਹ ਨੂੰ ਤੁਸੀਂ ਵਿਦਵਾਨ ਵੀ ਭੁੱਲ ਗਏ ਹੋ, ਅਤੇ ਬਾਕੀ ਦੁਨੀਆ ਨੇ ਉਹਨੂੰ ਕੀ ਯਾਦ ਕਰਨਾ? ਨਾਮ ਦੀ ਮਹਿਮਾ ਸਭ ਤੋਂ ਵੱਡੀ ਹੈ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਨਾਮ ਜਪਣਾ ਚਾਹੀਦਾ। ਇਹ ਸਾਰਿਆਂ ਨੂੰ, ਵਿਦਵਾਨਾਂ ਨੂੰ, ਕਵੀਆਂ ਨੂੰ, ਸਾਰਿਆਂ ਨੂੰ ਸਿੱਖਿਆ ਦਿੱਤੀ। ਫਿਰ ਇਹ ਕਹਿਣ ਲੱਗੇ, ਮਹਾਰਾਜ ਦੱਸ ਤਾਂ ਦਿਓ ਬਾਦਸ਼ਾਹ ਕੌਣ ਸੀ? ਤਾਂ ਹਜ਼ੂਰ ਕਹਿੰਦੇ, ਭਗਤ ਕਬੀਰ ਜੀ ਦੀ ਉਮਰ ਬੜੀ ਲੰਬੇਰੀ ਸੀ, 100 ਸਾਲ ਤੋਂ ਵੱਧ ਉਹਨਾਂ ਨੇ ਜੀਵਨ ਜੀਵਿਆ। ਪਰ ਜਿਸ ਬਾਦਸ਼ਾਹ ਦੇ ਨਾਲ ਉਹਨਾਂ ਦੀ ਟੱਕਰ ਹੋਈ, ਉਹ ਸਿਕੰਦਰ ਲੋਧੀ ਬਾਦਸ਼ਾਹ ਸੀ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫੈਸਲਾ ਕੀਤਾ। ਹੁਣ ਇੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵਾਹਿਗੁਰੂ ਦਾ ਨਾਮ ਹੀ ਸਾਰੇ ਸਾਧਨਾਂ ਦੇ ਨਾਲੋਂ ਵੱਡਾ ਹੈ ਅਤੇ ਸਭ ਤੋਂ ਉੱਚਾ ਹੈ, ਅਤੇ ਜਿਹੜਾ ਉਸ ਨਾਮ ਦੇ ਨਾਲ ਜੁੜਦਾ ਹੈ ਫਿਰ ਉਹ ਉੱਚਿਆਂ ਤੋਂ ਵੀ ਉੱਚਾ ਹੋ ਜਾਂਦਾ ਹੈ। ਅਪੜ ਕੋਇ ਨਾ ਸਕਈ, ਜੇ ਸੋ ਲੋਚੈ ਕੋਈ। ਲੋ ਉਸ ਭਗਤ ਦੇ ਬਰਾਬਰ, ਉਸ ਮਹਾਂਪੁਰਖ ਦੇ ਬਰਾਬਰ ਹੋਰ ਕੋਈ ਪਹੁੰਚ ਹੀ ਨਹੀਂ ਸਕਦਾ। ਜੇ 100 ਲੋਚੈ ਕੋਈ, ਜੇ ਕੋਈ ਸੈਂਕੜੇ ਵਾਰ ਚਾਹੀ ਜਾਵੇ, ਸੈਂਕੜੇ ਵਾਰ ਕੋਈ ਤਰਲੇ ਲਈ ਜਾਵੇ, ਪਰ ਉਹਨਾਂ ਮਹਾਂਪੁਰਖਾਂ ਦੇ ਬਰਾਬਰ ਨੂੰ ਕੋਈ ਪਹੁੰਚ ਸਕਦਾ। ਮੁਖ ਸੰਜਮ ਹੱਛਾ ਨਾ ਹੋਵਈ, ਕਰ ਭੇਖ ਭਵੈ ਸਭ ਕੋਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਪਖੰਡੀ ਲੋਕ ਨੇ ਵੀ ਉਹ ਭੇਖ ਧਾਰਨ ਕਰਕੇ ਸਾਰੇ ਭਟਕਦੇ ਫਿਰਦੇ ਨੇ। ਕੱਲਾ ਭੇਖ ਹੀ ਹੈ, ਸੰਤਾਂ ਵਾਲਾ, ਦਰਵੇਸ਼ਾਂ ਵਾਲਾ, ਪਰ ਕਰਨੀ ਨਹੀਂ ਹੈ, ਕਮਾਈ ਨਹੀਂ ਹੈ। ਮੁੱਖ ਸੰਜਮ ਹੱਛਾ ਨਾ ਹੋਵੇ। ਮੁੱਖੋਂ ਸੰਜਮ ਕੂਕਣ ਦੇ ਨਾਲ ਕਿਸੇ ਦਾ ਜੀਵਨ ਹੱਛਾ ਪਵਿੱਤਰ ਨਹੀਂ ਹੋ ਸਕਦਾ। ਜੇ ਕੋਈ ਆਦਮੀ ਆਪਣੇ ਮੂੰਹ ਤੋਂ ਇਹ ਗੱਲ ਆਖੀ ਜਾਵੇ ਬਈ ਸਾਨੂੰ ਮਾੜੇ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਮਾੜੇ ਭੋਜਨ ਤੋਂ ਵੀ ਸਾਨੂੰ ਪਰਹੇਜ਼ ਰੱਖਣਾ ਚਾਹੀਦਾ, ਕੇਵਲ ਕਹਿਣ ਮਾਤਰ ਦੇ ਨਾਲ ਮੁੱਖੋਂ ਸੰਜਮ ਦੀਆਂ ਗੱਲਾਂ ਕਰਨ ਦੇ ਨਾਲ, ਪਰਹੇਜ਼ ਦੀਆਂ ਗੱਲਾਂ ਕਰਨ ਦੇ ਨਾਲ ਵਿਸ਼ੇ ਵਾਸ਼ਨਾ ਨੂੰ ਕਿਵੇਂ ਰੋਕਣਾ, ਗੱਲਾਂ ਕਰਨ ਦੇ ਨਾਲ ਕਿਸੇ ਦਾ ਜੀਵਨ ਨਿਰਵਿਕਾਰ ਨਹੀਂ ਹੋ ਸਕਦਾ। ਭੇਖ ਧਾਰਨ ਕਰਕੇ ਹਰ ਕੋਈ ਤੁਰਿਆ ਫਿਰਦਾ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ,
ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਣ। ਪਖੰਡੀਆਂ ਨੂੰ ਆਖਰ ਨਰਕਾਂ ਵਿੱਚ ਹੀ ਵਾਸਾ ਮਿਲਦਾ ਹੈ। ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ। ਫਿਰ ਮਹਾਰਾਜ ਦੱਸੋ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਜੀਵਨ ਦਾ ਲਕਸ਼ ਕਿਵੇਂ ਹਾਸਲ ਹੋ ਸਕਦਾ ਹੈ। ਤਾਂ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਦੀ ਪੌੜੀ ਤੇ ਜਾ ਕੇ ਚੜ੍ਹੋ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਗੁਰੂ ਦੀ ਪੌੜੀ ਕੀ ਹੈ? ਗੁਰੂ ਦੀ ਸਿੱਖੀ। ਗੁਰੂ ਦੀ ਸਿੱਖੀ ਧਾਰਨ ਕਰੋ, ਇਸ ਪੌੜੀ ਤੇ ਚੜ੍ਹੋ। ਜਦੋਂ ਗੁਰੂ ਦੀ ਪੌੜੀ ਤੇ ਜਾ ਕੇ ਚੜ੍ਹੋਗੇ, ਸਿੱਖੀ ਦੇ ਅਸੂਲਾਂ ਨੂੰ ਧਾਰਨ ਕਰੋਗੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ 5 ਕਕਾਰਾਂ ਦੀ ਰਹਿਤ ਰੱਖਣੀ, ਬਾਣੀ ਦਾ ਨਿਤਨੇਮ ਕਰਨਾ, ਕੁਰੈਤਾਂ ਤੋਂ ਬਚਣਾ। ਜਦੋਂ ਇਹ ਗੁਰੂ ਦੀ ਸਿੱਖੀ ਦੀ ਪੌੜੀ ਤੇ ਜਾ ਕੇ ਚੜ੍ਹੋਗੇ ਤੇ ਫਿਰ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਕਰਮ ਪ੍ਰਾਪਤ ਹੋਈ। ਪਰ ਇਹ ਜਿਹੜੀ ਗੁਰਸਿੱਖੀ ਹੈ ਨਾ, ਇਹ ਗੁਰੂ ਦੀ ਪੌੜੀ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ। ਲਓ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਅੰਤਰ ਆਏ ਵਸੈ, ਉਹਦੇ ਅੰਦਰ ਆ ਕੇ ਵਾਹਿਗੁਰੂ ਦਾ ਨਾਮ ਵਸ ਜਾਂਦਾ। ਹੁਣ ਤਾਂ ਅਸੀਂ ਯਤਨ ਵੀ ਕਰਦੇ ਹਾਂ। ਹੁਣ ਜਦੋਂ ਅਸੀਂ ਆਪਣੇ ਅੰਦਰ ਵੱਲ ਝਾਤ ਮਾਰ ਕੇ ਦੇਖਦੇ ਹਾਂ, ਸਾਡੀ ਰਸਨਾ ਤੇ ਠੀਕ ਹੈ ਵਾਹਿਗੁਰੂ ਦਾ ਨਾਮ ਹੋ ਸਕਦਾ, ਅਸੀਂ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਹਾਂ, ਕੋਈ ਰਾਮ ਰਾਮ ਅੱਲਾ ਅੱਲਾ ਵੀ ਕਹਿ ਸਕਦਾ ਹੈ, ਪਰ ਅੰਦਰ ਨਹੀਂ ਨਾ ਵਸਦਾ। ਜਿੰਨਾ ਚਿਰ ਅੰਦਰ ਨਹੀਂ ਵਸਦਾ ਉਨਾ ਚਿਰ ਗੱਲ ਨਹੀਂ ਬਣਦੀ। ਮੁੱਖ ਮੇ ਰਾਮ ਰਾਮ ਬਗਲ ਮੇ ਛੁਰੀ, ਸਾਡੀ ਇਹ ਹਾਲਤ ਬਣੀ ਹੋਈ ਹੈ। ਅੰਤਰ ਆਏ ਵਸੈ, ਜਦੋਂ ਵਾਹਿਗੁਰੂ ਦਾ ਨਾਮ ਅੰਦਰ ਆ ਕੇ ਵਸਦਾ ਹੈ ਤੇ ਫੇਰ ਗੱਲ ਬਣਦੀ ਹੈ। ਗੁਰ ਸ਼ਬਦ ਵਿਚਾਰੈ ਕੋਏ, ਜਿਹੜਾ ਗੁਰੂ ਸ਼ਬਦ ਰਾਹੀਂ ਵਿਚਾਰ ਕਰਦਾ ਹੈ, ਉਹਦੇ ਅੰਦਰ ਆ ਕੇ ਹੀ ਨਾਮ ਵਸਦਾ ਹੈ। ਨਾਨਕ ਸ਼ਬਦ ਮਰੈ ਮਨ ਮਾਨਿਐ ਸਾਚੇ ਸਾਚੀ ਸੋਏ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਸ਼ਬਦ ਮਰੈ, ਜਿਹੜਾ ਸ਼ਬਦ ਦੁਆਰਾ ਮਰ ਜਾਂਦਾ ਹੈ। ਸ਼ਬਦ ਦੁਆਰਾ ਮਰਨ ਤੋਂ ਭਾਵ ਇਹ ਹੈ, ਗੁਰੂ ਸ਼ਬਦ ਨਾਲ ਸੁਰਤ ਜੋੜ ਕੇ ਅੰਤਰ ਧਿਆਨ ਹੋ ਜਾਣਾ, ਸੰਸਾਰ ਨਾਲੋਂ, ਸਰੀਰ ਦੇ ਨਾਲੋਂ ਸੁਰਤ ਦਾ ਸੰਬੰਧ ਟੁੱਟ ਜਾਣਾ, ਇਹ ਸ਼ਬਦ ਦੀ ਮੌਤ ਹੈ। ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰਦਾ ਹੈ, ਮਨ ਮਾਨੀਐ, ਫਿਰ ਉਹਦਾ ਮਨ ਵਾਹਿਗੁਰੂ ਤੇ ਮੰਨ ਜਾਂਦਾ, ਪਤੀ ਜਾਂਦਾ ਹੈ। ਸਾਚੇ ਸਾਚੀ ਸੋਏ, ਫਿਰ ਉਹ ਸੱਚੇ ਗੁਰਮੁਖ ਦੀ, ਸਚਿਆਰ ਪੁਰਸ਼ ਦੀ ਸੱਚੀ ਸੋਭਾ ਹੁੰਦੀ ਹੈ। ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਸੰਸਾਰ ਇੱਕ ਜ਼ਹਿਰੀਲੇ ਪਾਣੀ ਦਾ ਭਰਿਆ ਹੋਇਆ ਸਮੁੰਦਰ ਹੈ, ਇਹ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ। ਤਾਂ ਹਜ਼ੂਰ ਕਹਿੰਦੇ, ਭਾਈ ਸੁਣੋ, ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ। ਮਾਇਆ ਦਾ ਮੋਹ ਇਹ ਦੁੱਖ ਰੂਪ ਸਮੁੰਦਰ ਹੈ। ਦੁੱਖ ਰੂਪ ਕਿਉਂ ਹੈ? ਬਿਖ, ਇਹਦੇ ਵਿੱਚ ਵਿਸ਼ੇ ਵਾਸ਼ਨਾ ਦੀ ਜ਼ਹਿਰ ਭਰੀ ਹੋਈ ਹੈ। ਆ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਆਦਿਕ, ਇਹ ਮਗਰਮੱਛ ਵੀ ਇਹਦੇ ਵਿੱਚ ਫਿਰਦੇ ਨੇ। ਇਹਦੇ ਵਿੱਚ ਭਰਮ ਦੀਆਂ ਘੁੰਮਣ ਘੇਰੀਆਂ ਵੀ ਪੈ ਰਹੀਆਂ ਨੇ, ਵਾਸ਼ਨਾਵਾਂ ਦੀਆਂ ਵੱਡੀਆਂ ਵੱਡੀਆਂ ਤਰੰਗਾਂ ਵੀ ਉੱਠ ਰਹੀਆਂ ਨੇ। ਦੁੱਤਰ ਇਸ ਨੂੰ ਤਰਨਾ ਬਹੁਤ ਔਖਾ ਹੈ। ਹੁਣ ਜਦੋਂ ਸਮੁੰਦਰ ਦੇ ਵਿੱਚ ਜੁਆਰ ਭਾਟਾ ਆਇਆ ਹੋਵੇ, ਬੜੇ ਬੜੇ ਜਹਾਜ਼ ਵੀ ਡੁੱਬ ਜਾਂਦੇ ਨੇ, ਉੱਡਦੇ ਜਾਂਦੇ ਪਰਿੰਦੇ ਪੰਛੀ ਵੀ ਲਹਿਰਾਂ ਦੀਆਂ ਲਪੇਟ ਵਿੱਚ ਆ ਜਾਂਦੇ ਨੇ, ਅਤੇ ਉਹ ਸਮੁੰਦਰ ਨੂੰ ਤਰਨਾ ਕੋਈ ਆਸਾਨ ਨਹੀਂ ਹੁੰਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ, ਸੰਸਾਰ ਮਾਇਆ ਦਾ ਮੋਹ ਦੁੱਖ ਦਾ ਸਮੁੰਦਰ ਹੈ, ਇਹਦੇ ਵਿੱਚ ਵਿਸ਼ਿਆਂ ਦੀ ਜ਼ਹਿਰ ਭਰੀ ਹੋਈ ਹੈ, ਇਸ ਨੂੰ ਤਰਨਾ ਬਹੁਤ ਔਖਾ ਹੈ, ਤਰਿਆ ਨਾ ਜਾਏ। ਆਪਣੇ ਜ਼ੋਰ ਦੇ ਨਾਲ ਇਸ ਨੂੰ ਤਰਿਆ ਨਹੀਂ ਜਾ ਸਕਦਾ। ਮੇਰਾ ਮੇਰਾ ਕਰਦੇ ਪਚ ਮੂਏ ਹਉਮੈ ਕਰਤ ਵਿਹਾਏ। ਮਨਮੁਖ ਬੰਦੇ ਮੇਰਾ ਮੇਰਾ ਕਰਦੇ ਹੋਏ
ਮਰ ਖੱਪ ਜਾਂਦੇ ਨੇ। ਮੇਰੀ ਜਰ, ਮੇਰੀ ਜਿਮੀ, ਮੇਰੀ ਜ਼ਨ, ਬਸ ਆ ਮੇਰਾ ਮੇਰਾ ਕਰਦੇ, ਮੇਰੀ ਮੇਰੀ ਕਰਦੇ, ਬਸ ਮੇਰ ਤੇਰ ਦੇ ਵਿੱਚ ਹੀ ਖੱਪ ਕੇ ਮਰ ਜਾਂਦੇ ਨੇ। ਹਉਮੈ ਕਰਤ ਵਿਹਾਏ, ਤੇ ਹਉਮੈ ਦਾ ਅਰਥ ਹੈ ਮੈਂ ਕਰਦਿਆਂ ਹੋਇਆਂ ਉਹਨਾਂ ਦੀ ਸਾਰੀ ਉਮਰ ਬਰਬਾਦ ਹੋ ਜਾਂਦੀ ਹੈ। ਮਨ ਮੁਖਾ ਉਰਵਾਰ ਨਾ ਪਾਰ ਹੈ, ਅੱਧ ਵਿੱਚ ਰਹੇ ਲਪਟਾਏ। ਉਹਨਾਂ ਮਨਮੁਖਾਂ ਨੂੰ ਨਾ ਤੇ ਉਰਲਾ ਕਿਨਾਰਾ ਹੀ ਨਸੀਬ ਹੁੰਦਾ ਹੈ। ਉਰਲਾ ਕਿਨਾਰਾ ਕੀ ਹੈ? ਮਨੁੱਖਾ ਜਨਮ। ਇਹਦੇ ਵਿੱਚ ਭਗਤੀ ਕਰਕੇ ਅਸੀਂ ਪਰਮੇਸ਼ਰ ਨੂੰ ਮਿਲਣਾ। ਪਰਲਾ ਕਿਨਾਰਾ ਕੀ ਹੈ? ਮੁਕਤੀ। ਨਾ ਉਹਨਾਂ ਨੂੰ ਮਨੁੱਖਾ ਦੇ ਪ੍ਰਾਪਤ ਹੁੰਦੀ ਹੈ ਦੁਬਾਰਾ ਮੁੜ ਕੇ, ਤੇ ਨਾ ਹੀ ਮੁਕਤੀ ਰੂਪੀ ਕਿਨਾਰਾ ਉਹਨਾਂ ਨੂੰ ਪ੍ਰਾਪਤ ਹੁੰਦਾ। ਅੱਧ ਵਿੱਚ ਰਹੇ ਲਪਟਾਏ, ਉਹ ਤਾਂ ਅੱਧ ਵਿੱਚ ਹੀ ਚਿੰਬੜੇ ਰਹਿੰਦੇ ਨੇ। ਅੱਧ ਵਿੱਚ ਤੋਂ ਭਾਵ ਇਹ ਹੈ ਵੀ ਉਹ ਜੂਨਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਸਮੁੰਦਰ ਹੁੰਦਾ ਹੈ, ਉਹਦੇ ਉਰਲੇ ਤੇ ਪਰਲੇ ਕਿਨਾਰੇ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿੰਨੀ ਦੂਰ ਹੈ। ਨਾ ਤਾਂ ਉਰਲੇ ਕੰਢੇ 'ਤੇ ਰਹਿੰਦੇ ਨੇ, ਨਾ ਪਰਲੇ ਕੰਢੇ 'ਤੇ ਉਹ ਜਾਂਦੇ ਨੇ। ਅੱਧ ਵਿੱਚ ਤੋਂ ਭਾਵ ਹੈ ਮੰਝ ਧਾਰ, ਲਹਿਰਾਂ ਦੇ ਵਿੱਚ, ਡੂੰਘੇ ਪਾਣੀ ਦੇ ਵਿੱਚ, ਬਸ ਉੱਥੇ ਹੀ ਗੋਤੇ ਖਾਂਦੇ ਫਿਰਦੇ ਨੇ। ਤੇ ਉਹਨਾਂ ਨੂੰ ਨਾ ਉਰਲਾ ਕਿਨਾਰਾ ਮਨੁੱਖਾ ਦੇ, ਤੇ ਨਾ ਹੀ ਪਰਲਾ ਕਿਨਾਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜੋ ਤੁਰ ਲਿਖਿਆ ਸੋ ਕਮਾਵਣਾ, ਕਰਨਾ ਕਛੂ ਨਾ ਜਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਤੁਰ ਦਰਗਾਹ ਤੋਂ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ ਹੈ ਸੋ ਕਮਾਵਣਾ, ਉਹੀ ਅਸੀਂ ਕਮਾਈ ਕਰ ਰਹੇ ਹਾਂ, ਉਹੀ ਭੋਗ ਰਹੇ ਹਾਂ। ਕਰਨਾ ਕਛੂ ਨਾ ਜਾਏ, ਇਹਦੇ ਵਿੱਚ ਸਾਡੇ ਪਾਸੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ। ਵਾਹਿਗੁਰੂ ਦੇ ਲਿਖੇ ਦੇ ਵਿੱਚ ਅਸੀਂ ਵਾਧਾ ਘਾਟਾ ਨਹੀਂ ਕਰ ਸਕਦੇ, ਉਸ ਨੂੰ ਬਦਲ ਨਹੀਂ ਸਕਦੇ, ਉਸ ਨੂੰ ਮਿਟਾ ਨਹੀਂ ਸਕਦੇ। ਜੋ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਲੇਖ ਲਿਖਿਆ ਹੈ ਉਹ ਤੇ ਭੋਗਣਾ ਹੀ ਪੈਂਦਾ ਹੈ। ਗੁਰਮਤੀ ਗਿਆਨ ਰਤਨ ਮਨ ਵਸੈ, ਸਭ ਦੇਖਿਆ ਬ੍ਰਹਮ ਸੁਭਾਏ। ਲੋ ਪਹਿਲਾਂ ਮਨਮੁਖਾਂ ਦੀ ਹਾਲਤ ਦੱਸੀ, ਹੁਣ ਗੁਰਮੁਖਾਂ ਦੀ ਦੱਸਦੇ ਨੇ। ਗੁਰਮਤੀ ਗਿਆਨ ਰਤਨ ਮਨ ਵਸੈ, ਗੁਰਮੁਖ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਨੇ, ਫਿਰ ਗਿਆਨ ਰੂਪੀ ਰਤਨ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ। ਆਤਮਿਕ ਗਿਆਨ ਦਾ ਰਤਨ ਉਹਨਾਂ ਦੇ ਅੰਦਰ, ਮਨ ਦੇ ਅੰਦਰ ਆ ਕੇ ਵਸ ਜਾਂਦਾ ਹੈ। ਸਭ ਦੇਖਿਆ ਬ੍ਰਹਮ ਸੁਭਾਏ, ਫਿਰ ਸੁਭਾਏ ਦਾ ਅਰਥ ਹੈ ਸੁਭਾਵਕ, ਸੁਤੇ ਸਿੱਧ। ਉਹ ਸਾਰਿਆਂ ਵਿੱਚ ਪਰਮੇਸ਼ਰ ਨੂੰ ਦੇਖ ਲੈਂਦੇ ਨੇ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਸਰਬ ਖਲੰਗ ਵਿਦੰਗ ਬ੍ਰਹਮ, ਬ੍ਰਹਮ ਗਿਆਨੀ ਸਾਰਿਆਂ ਨੂੰ ਬ੍ਰਹਮ ਹੀ ਵੇਖਦਾ। ਇਹ ਉਹਦੀ ਦ੍ਰਿਸ਼ਟੀ ਬਣ ਜਾਂਦੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਬ੍ਰਹਮ ਗਿਆਨ ਦਾ ਰਤਨ ਮਨ ਵਿੱਚ ਵਸ ਜਾਂਦਾ ਹੈ, ਤੇ ਫਿਰ ਉਹ ਸੁਤੇ ਸਹਿਦੀ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਦੇਖਣ ਲੱਗ ਜਾਂਦਾ ਹੈ। ਨਾਨਕ ਸਤਿਗੁਰ ਬੋਹਿਥ ਹੈ, ਵਡਭਾਗੀ ਚੜ੍ਹੈ, ਤੇ ਭਉ ਜਲ ਪਾਰ ਲੰਘਾਏ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਸਤਿਗੁਰ ਬੋਹਿਥ ਹੈ। ਭਾਈ ਸਤਿਗੁਰੂ ਨਾਮ ਦੇ ਜਹਾਜ਼ ਨੇ, ਬਾਣੀ ਦੇ ਬੋਹਿਥ ਨੇ। ਵਡਭਾਗੀ ਚੜ੍ਹੈ, ਵੱਡਿਆਂ ਭਾਗਾਂ ਵਾਲੇ ਗੁਰਸਿੱਖ ਉਸ ਗੁਰੂ ਦੀ ਬਾਣੀ ਦੇ ਤੇ ਨਾਮ ਦੇ ਜਹਾਜ਼ 'ਤੇ ਚੜ੍ਹਦੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨਹਾਰ। ਸਤਿਗੁਰੂ ਦੇ ਜਹਾਜ਼ ਦੇ ਨਾਮ ਦੇ ਬੇੜੇ 'ਤੇ ਵਡਭਾਗੀ ਪੁਰਸ਼ ਚੜ੍ਹਦੇ ਨੇ, ਤੇ ਭੌਜਲ ਪਾਰ ਲੰਘਾਏ, ਤੇ ਉਹਨਾਂ ਨੂੰ ਪਾਏ ਸਤਿਗੁਰੂ ਭਵਜਲ ਤੋਂ, ਪੈ ਦਾਇਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ। ਬਿਨ ਸਤਿਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਆਧਾਰ। ਗਰੀਬ ਨਿਵਾਜ ਸਤਿਗੁਰੂ ਜੀ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ, ਬਿਨਾਂ ਸਤਿਗੁਰੂ ਤੋਂ ਨਾਮ ਦਾ ਦਾਤਾ ਹੋਰ ਕੋਈ ਵੀ ਨਹੀਂ ਹੈ। ਜੋ ਹਰ ਨਾਮ ਦੇ ਆਧਾਰ, ਜਿਹੜਾ ਸਾਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਦੇ ਦੇਵੇ, ਸੱਚੇ ਸਤਿਗੁਰੂ ਤੋਂ ਬਿਨਾਂ ਇਹੋ ਜਿਹਾ ਨਾਮ ਦਾ ਦਾਤਾ ਹੋਰ ਕੋਈ ਵੀ ਨਹੀਂ ਹੈ। ਗੁਰ ਕਿਰਪਾ ਤੇ ਨਾਉ ਮਨ ਵਸੈ,
ਸਦਾ ਰਹਿ ਉਰ ਧਾਰ। ਹਾਂ, ਜਦੋਂ ਕੋਈ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਬਾਣੀ ਦੀ ਰਹਿਤ ਨੂੰ ਧਾਰਨ ਕਰ ਲੈਂਦਾ ਹੈ, ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਸੇਵਾ ਸਿਮਰਨ ਦੀ ਕਾਲ ਘਾਲਦਾ ਹੈ, ਫਿਰ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਉਹਦੇ ਮਨ ਵਿੱਚ ਵਸ ਜਾਂਦਾ ਹੈ। ਸਦਾ ਰਹਿ ਉਰ ਧਾਰ, ਫਿਰ ਉਹ ਕਦੇ ਮਨ ਤੋਂ ਬਾਹਰ ਨਹੀਂ ਨਿਕਲਣ ਦਿੰਦਾ, ਹਮੇਸ਼ਾ ਲਈ ਉਸ ਨਾਮ ਨੂੰ ਹਿਰਦੇ ਵਿੱਚ ਧਾਰਨ ਕਰੀ ਰੱਖਦਾ ਹੈ। ਤਿਸਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ। ਫਿਰ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਤ੍ਰਿਪਤ ਹੋਏ ਉਹਦਾ ਮਨ ਤ੍ਰਿਪਤ ਹੋ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ। ਕਿਵੇਂ? ਹਰ ਕੈ ਨਾਏ ਪਿਆਰ, ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਕੇ। ਜਦੋਂ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ ਨਾ, ਫਿਰ ਮਨ ਦੀਆਂ ਸਾਰੀਆਂ ਭੁੱਖਾਂ ਲਹਿ ਜਾਂਦੀਆਂ ਨੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋਣ ਕਰਕੇ ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਗੁਰਮੁਖ ਪਾਈਐ। ਪਾਈਏ ਨਾਮ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹਰ ਆਪਣੀ ਕਿਰਪਾ ਧਾਰ, ਪੂਰੇ ਗੁਰੂ ਦੇ ਨਾਲ ਮਿਲਾਪ ਕਦੋਂ ਹੁੰਦਾ? ਜਦੋਂ ਵਾਹਿਗੁਰੂ ਆਪਣੀ ਕਿਰਪਾ ਧਾਰਨ ਕਰੇ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ, ਨਾਮ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦਿੰਦੇ ਨੇ, ਅਤੇ ਨਾਮ ਦੀ ਕਮਾਈ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ। ਗਰੀਬ ਨਿਵਾਜ ਸਤਿਗੁਰੂ ਜੀ ਫੇਰ ਅੱਗੇ ਪਾਵਨ ਪਵਿੱਤਰ ਉਪਦੇਸ਼ ਦਿੰਦੇ ਨੇ। ਬਿਨ ਸ਼ਬਦੈ ਜਗਤ ਬਰ ਲਿਆ, ਗੁਰਮੁਖੋ ਬਿਨਾਂ ਗੁਰੂ ਉਪਦੇਸ਼ ਤੋਂ ਇਹ ਸਾਰਾ ਸੰਸਾਰ ਬਰਲਿਆ, ਪਾਗਲ ਹੋਇਆ, ਕਮਲਾ ਹੋਇਆ ਫਿਰ ਰਿਹਾ ਹੈ। ਕਹਿਣਾ ਕਛੂ ਨਾ ਜਾਏ, ਇਹਦੇ ਬਾਰੇ ਕੁਛ ਵੀ ਕਿਹਾ ਨਹੀਂ ਜਾ ਸਕਦਾ। ਜਦੋਂ ਆਪਾਂ ਕਿਤੇ ਧਿਆਨ ਦੇ ਨਾਲ ਸੰਸਾਰ ਦੀ ਹਾਲਤ ਵੇਖਦੇ ਹਾਂ, ਦੁਨੀਆ ਕਮਲਿਆਂ ਵਾਂਗੂ ਤੁਰੀ ਫਿਰਦੀ ਹੈ। ਆਪ ਪੀਰਾਂ ਫਕੀਰਾਂ ਦੀ ਮਜ਼ਾਰਾਂ 'ਤੇ, ਮੁਸਲਮਾਨਾਂ ਦੀਆਂ ਕਬਰਾਂ 'ਤੇ, ਕੋਈ ਹੋਰ ਦੇਵੀ ਦੇਵਤਿਆਂ ਦੇ ਜਿਹੜੇ ਕੋਈ ਤਿਉਹਾਰ ਹੁੰਦੇ ਨੇ, ਕਿੰਨੀ ਦੁਨੀਆ ਉੱਥੇ ਪਾਗਲ ਹੋਈ ਫਿਰਦੀ ਹੈ। ਹਾਜੂਰ ਕਹਿੰਦੇ ਨੇ, ਬਿਨਾਂ ਸ਼ਬਦ ਤੋਂ, ਬਿਨਾਂ ਨਾਮ ਦੀ ਕਮਾਈ ਤੋਂ, ਬਿਨਾਂ ਸ਼ਬਦ ਦੀ ਸੋਝੀ ਤੋਂ ਸੰਸਾਰ ਕਮਲਾ ਹੋਇਆ ਫਿਰਦਾ ਹੈ। ਇਹਦੇ ਬਾਰੇ ਕੁਛ ਕਿਹਾ ਵੀ ਨਹੀਂ ਜਾ ਸਕਦਾ। ਹਰ ਰੱਖੇ ਸੇ ਉਬਰੇ ਸ਼ਬਦ ਰਹੇ ਲਿਵ ਲਾਏ। ਹਾਂ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਸ਼ਰਨ ਵਿੱਚ ਰੱਖ ਲਿਆ ਹੈ, ਉਹ ਬਚੇ ਨੇ ਇਸ ਪਾਗਲਪਨ ਤੋਂ। ਨਹੀਂ ਤੇ ਦੁਨੀਆ ਦੀ ਚਾਲ ਭੇਡ ਚਾਲ ਹੈ। ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂੜਤਾ। ਇਹ ਕਲਗੀਧਰ ਪਾਤਸ਼ਾਹ ਨੇ 10ਵੇਂ ਗ੍ਰੰਥ ਤ੍ਰਿਆ ਚਰਿਤਰਾਂ ਦੇ ਵਿੱਚ ਬਹੁਤ ਸੋਹਣਾ ਪ੍ਰਸੰਗ ਲਿਖਿਆ। ਇੱਕ ਰਾਣੀ ਸੀ, ਉਹਨੇ ਕੁੱਤਾ ਰੱਖਿਆ ਹੋਇਆ ਸੀ। ਰਾਜਾ ਉਹਦੇ ਘਰ ਗਿਆ, ਕੁੱਤਾ ਰਾਜੇ ਨੂੰ ਭੌਂਕਣ ਲੱਗ ਪਿਆ। ਰਾਜੇ ਨੇ ਕਹਿ ਦਿੱਤਾ ਸਿਪਾਹੀਆਂ ਨੂੰ, ਮਾਰ ਦਿਓ ਇਸ ਨੂੰ, ਅਤੇ ਉਹਨਾਂ ਨੇ ਮਾਰ ਦਿੱਤਾ। ਜਦੋਂ ਰਾਜਾ ਰਾਣੀ ਪਾਸ ਗਿਆ ਅਤੇ ਰਾਣੀ ਨਾਰਾਜ਼ ਹੋ ਗਈ, ਕਹਿਣ ਲੱਗੀ, ਕੁੱਤਾ ਤਾਂ ਮੇਰਾ ਬਹੁਤ ਪਿਆਰਾ ਸੀ, ਤੁਸੀਂ ਇਹਨੂੰ ਮਰਵਾ ਦਿੱਤਾ, ਇਸ ਲਈ ਤੁਸੀਂ ਇਹ ਚੰਗਾ ਕੰਮ ਨਹੀਂ ਕੀਤਾ। ਰਾਜਾ ਕਹਿਣ ਲੱਗਾ, ਮੈਨੂੰ ਭੌਂਕਦਾ ਸੀ ਤਾਂ ਮਾਰਿਆ। ਚਲੋ ਉਹ ਗੱਲ ਉੱਥੇ ਇੱਕ ਵਾਰੀ ਮੁੱਕ ਗਈ। ਰਾਜਾ ਵਾਪਸ ਆਪਣੇ ਮਹਿਲਾਂ ਵਿੱਚ ਆ ਗਿਆ। ਰਾਣੀ ਮਨ ਵਿੱਚ ਸੋਚਣ ਲੱਗੀ, ਮੈਂ ਵੀ ਮਾਂ ਦੀ ਧੀ ਨਹੀਂ ਹੋਵਾਂਗੀ ਜੇ ਇਸ ਕੁੱਤੇ ਦੀ ਰਾਜੇ ਤੋਂ ਪੂਜਾ ਨਾ ਕਰਵਾਈ। ਇਹ ਵੀ ਇੱਕ ਚਰਿੱਤਰ ਸੀ। ਹੁਣ ਉਸ ਰਾਣੀ ਨੇ ਆਪਣੇ ਨੌਕਰਾਂ ਨੂੰ ਸੱਦਿਆ,
ਤੇ ਕਹਿਣ ਲੱਗੀ ਇਉਂ ਕਰੋ, ਆਹ ਜਿਹੜਾ ਕੁੱਤਾ ਹੈ ਨਾ, ਇਸ ਨੂੰ ਰਾਜਧਾਨੀ ਸ਼ਹਿਰ ਤੋਂ ਦੂਰ ਕਿਧਰੇ ਲਿਜਾ ਕੇ ਜ਼ਮੀਨ ਪੁੱਟ ਕੇ ਇਹਨੂੰ ਦੱਬ ਦਿਓ। ਨੌਕਰ ਸੀ, ਕਹਿੰਦੇ ਰਾਣੀ ਸਾਹਿਬਾ ਸਤ ਬਚਨ। ਉਹਨਾਂ ਨੇ ਲਿਜਾ ਕੇ ਉਸ ਕੁੱਤੇ ਨੂੰ ਜ਼ਮੀਨ ਵਿੱਚ ਦੱਬ ਦਿੱਤਾ। ਕੁਛ ਦਿਨਾਂ ਤੋਂ ਬਾਅਦ ਰਾਣੀ ਨੇ ਇੱਕ ਹੋਰ ਆਦਮੀ ਭੇਜਿਆ। ਉਹਨੇ ਉੱਥੇ ਜਾ ਕੇ ਇੱਕ ਸਾਈਨ ਬੋਰਡ ਲਿਖ ਕੇ ਲਾ ਦਿੱਤਾ, ਪੀਰ ਕੁਤਬਦੀਨ ਦੀ ਦਰਗਾਹ, ਕੁਤਬਦੀਨ। ਹੁਣ ਜਦੋਂ ਕੋਈ ਆਦਮੀ ਉੱਥੋਂ ਦੀ ਲੰਘਿਆ, ਉਹਨੇ ਉਹ ਸਾਈਨ ਬੋਰਡ ਪੜ੍ਹਿਆ, ਕਹਿਣ ਲੱਗਾ, ਹੈ ਇਹ ਕੁਤਬਦੀਨ ਪੀਰ ਅੱਗੇ ਤਾਂ ਕਦੇ ਸੁਣਿਆ ਨਹੀਂ ਸੀ, ਇਹ ਕਿੱਥੋਂ ਆ ਗਿਆ? ਉਹਨੇ ਦੂਜੇ ਨੂੰ ਦੱਸਿਆ, ਤੀਜੇ ਨੂੰ ਦੱਸਿਆ। ਲੋਕ ਗਰਜ਼ਾਂ ਦੇ ਮਾਰੇ ਹੁੰਦੇ ਨੇ, ਗਊ ਪਨਾਵੇ ਜਿਉਂ ਭਾਵੇਂ ਅੱਲੇ ਹੀ ਹੋਣ। ਲੋਕਾਂ ਨੇ ਉੱਥੇ ਸੁੱਖਾਂ ਸੁਖਣੀਆਂ ਸ਼ੁਰੂ ਕਰ ਦਿੱਤੀਆਂ, ਮਨੌਤਾਂ ਮਨਾਉਣ ਲੱਗ ਪਏ। ਤੇ ਜਦੋਂ ਬਹੁਤ ਦੁਨੀਆ ਜਾਣ ਲੱਗ ਪਈ, ਫਿਰ ਰਾਣੀ ਰਾਜੇ ਨੂੰ ਕਹਿਣ ਲੱਗੀ, ਰਾਜਾ ਸਾਹਿਬ, ਮੈਨੂੰ ਰਾਤ ਨੂੰ ਸੁਪਨਾ ਆਇਆ ਸੀ, ਕੁਤਬਦੀਨ ਪੀਰ ਨੇ ਮੈਨੂੰ ਰਾਤ ਨੂੰ ਦਰਸ਼ਨ ਦਿੱਤੇ। ਉਹ ਕਹਿਣ ਲੱਗੇ, ਸਾਡੀ ਜਗ੍ਹਾ ਬਣਾਓ ਤੇ ਤੁਸੀਂ ਹੁਣ ਸੇਵਾ ਤੁਸਾਂ ਕਰਨੀ ਹੈ। ਤੁਹਾਨੂੰ ਪਰਮੇਸ਼ਰ ਨੇ ਰਾਜ ਪਾਕ ਦਿੱਤਾ ਹੋਇਆ, ਧਨ ਦੌਲਤ ਦੀ ਕੋਈ ਕਮੀ ਨਹੀਂ। ਰਾਜਾ ਤੇ ਸਭ ਕੁਝ ਭੁੱਲ ਚੁੱਕਿਆ ਸੀ। ਉਹਨੇ ਦਿਨਾਂ 'ਚ ਹੀ ਮਹਿਲ ਉਸਾਰ ਦਿੱਤਾ, ਉੱਥੇ ਜਗ੍ਹਾ ਬਣਾ ਦਿੱਤੀ। ਕੁਤਬਦੀਨ ਪੀਰ ਦੀ ਹੁਣ ਦਰਗਾਹ ਬਣ ਗਈ, ਮਕਬਰਾ ਬਣ ਗਿਆ। ਹੁਣ ਉੱਥੇ ਰਾਜਾ ਵੀ ਮੱਥਾ ਟੇਕਣ ਜਾਂਦਾ ਹੈ, ਤੇ ਬਾਕੀ ਦੁਨੀਆ ਨੇ ਤੇ ਫਿਰ ਜਾਣਾ ਹੀ ਸੀ। ਤੇ ਰਾਣੀ ਮਨ ਹੀ ਮਨ ਦੇ ਵਿੱਚ ਬੜੀ ਹੱਸਦੀ ਹੈ, ਕਹਿੰਦੀ, ਰਾਜੇ ਨੇ ਕੁੱਤਾ ਮਾਰਿਆ ਸੀ, ਕਰਵਾਈ ਨਾ ਪੂਜਾ। ਫਿਰ ਇਹ ਗੱਲ ਰਾਣੀ ਨੇ ਕਿਸੇ ਨੌਕਰਾਣੀ ਨਾਲ ਸਾਂਝੀ ਕੀਤੀ। ਉਸ ਤੋਂ ਗਾਂਹ ਚਲਦੀ ਚਲਦੀ ਗੱਲ ਵਜ਼ੀਰਾਂ ਤੱਕ ਆ ਗਈ। ਵਜ਼ੀਰ ਸਿਆਣੇ ਹੁੰਦੇ ਸਨ, ਉਹਨਾਂ ਨੇ ਖੋਜ ਕੀਤੀ ਵੀ ਗੱਲ ਕੀ ਹੈ। ਫਿਰ ਉਹ ਸਾਰਾ ਭੇਤ ਕੱਢ ਲਿਆ ਉਹਨਾਂ ਨੇ, ਬਈ ਇਹ ਤੇ ਰਾਣੀ ਨੇ ਕੁੱਤਾ ਮਾਰ ਕੇ ਦੱਬਿਆ ਸੀ। ਰਾਜੇ ਨੂੰ ਜਾ ਕੇ ਕਹਿਣ ਲੱਗੇ, ਰਾਜਾ ਸਾਹਿਬ, ਲੋਕੀ ਤਾਂ ਭੇਡ ਚਾਲ ਦੇ ਵਿੱਚ ਅੱਗੇ ਪਿੱਛੇ ਜਾਂਦੇ ਹੀ ਨੇ, ਤੇ ਤੁਸੀਂ ਵੀ ਉਹਨਾਂ ਦੇ ਨਾਲ ਰਲ ਗਏ ਹੋ। ਤੁਸੀਂ ਉੱਥੇ ਜਾ ਕੇ ਮਕਬਰਾ ਖੜਾ ਕਰ ਦਿੱਤਾ, ਕੀ ਸੋਚਿਆ ਤੁਸੀਂ? ਤੁਹਾਡੀ ਸਿਆਣਪ ਕਿੱਥੇ ਚਲੀ ਗਈ? ਕਹਿੰਦਾ, ਮੈਨੂੰ ਰਾਣੀ ਨੇ ਕਿਹਾ ਸੀ ਵੀ ਮੈਨੂੰ ਕੁਤਬਦੀਨ ਪੀਰ ਨੇ ਦਰਸ਼ਨ ਦਿੱਤੇ ਨੇ, ਤੇ ਮੈਂ ਤੇ ਰਾਣੀ ਦੇ ਕਿਆਂ ਬਣਾਇਆ। ਤਾਂ ਉਸ ਵੇਲੇ ਵਜ਼ੀਰ ਕਹਿਣ ਲੱਗੇ, ਉਹ ਰਾਣੀ ਦਾ ਕੁੱਤਾ ਸੀ ਕੁਤਬਦੀਨ, ਜਾਓ ਜਾ ਕੇ ਥਾਂ ਪੱਟ ਕੇ ਦੇਖੋ। ਨਿਕਲਿਆ ਕੁੱਤੇ ਦਾ ਕਰੰਗ। ਇਸ ਤਰ੍ਹਾਂ ਭਾਈ ਦੁਨੀਆ ਦੇ ਵਿੱਚ ਭੇਡ ਚਾਲ ਬੜੀ ਚੱਲਦੀ ਹੈ। ਥਾਂ ਥਾਂ 'ਤੇ ਮਜ਼ਾਰਾਂ, ਥਾਂ ਥਾਂ 'ਤੇ ਕਬਰਾਂ, ਥਾਂ ਥਾਂ 'ਤੇ ਮੜੀਆਂ ਲੋਕ ਬਣਾ ਲੈਂਦੇ ਨੇ, ਤੇ ਫਿਰ ਉੱਥੇ ਲੋਕ ਸੁਖਣਾ ਸੁਖਣ ਲੱਗ ਜਾਂਦੇ ਨੇ। 100 ਦੇ ਵਿੱਚੋਂ 40% ਦੀ ਸੁਖਣਾ ਤੇ ਸੁਭਾਵਕ ਹੀ ਪੂਰੀ ਹੁੰਦੀ ਹੈ। ਫਿਰ ਉਹ ਕਹਿ ਦਿੰਦੇ ਨੇ ਜੀ ਸਾਡੀ ਪੀਰ ਨੇ ਸਾਡੀ ਇਹ ਇੱਛਾ ਪੂਰੀ ਕਰ ਦਿੱਤੀ। ਬਸ ਲੋਕ ਕਿਸ ਤਰ੍ਹਾਂ ਕਮਲੇ ਹੋਏ ਤੁਰੇ ਫਿਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਬਿਨ ਸ਼ਬਦ ਜਗਤ ਬਰ ਲਿਆ। ਬਿਨਾਂ ਗੁਰੂ ਸ਼ਬਦ ਦੀ ਸੋਝੀ ਤੋਂ ਸੰਸਾਰ ਕਮਲਾ ਹੋਇਆ ਫਿਰਦਾ। ਇਹਦੇ ਬਾਰੇ ਕੋਈ ਕੁਝ ਨਹੀਂ ਕਿਹਾ ਜਾ ਸਕਦਾ। ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਰੱਖਿਆ ਹੈ ਉਹ ਬਚੇ ਨੇ। ਕਿਵੇਂ ਬਚੇ ਨੇ? ਸ਼ਬਦ ਰਹੇ ਲਿਵਲਾਏ। ਉਹ ਗੁਰੂ ਸ਼ਬਦ ਵਿੱਚ, ਗੁਰਬਾਣੀ ਵਿੱਚ ਆਪਣੀ ਸੁਰਤ ਨੂੰ, ਚਿੱਤ ਬਿਰਤੀ ਨੂੰ ਜੋੜੀ ਰੱਖਦੇ ਹਨ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਨ ਰੱਖੀ ਬਣਤ ਬਣਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਤਾ ਪੁਰਖ ਵਾਹਿਗੁਰੂ ਸਭ ਕੁਛ ਜਾਣਦਾ ਹੈ, ਜਿਸ ਨੇ ਸਾਰੀ ਬਣਤ ਬਣਾ ਕੇ ਰੱਖੀ ਹੋਈ ਹੈ ਨਾ। ਬਣਤ ਤੋਂ ਭਾਵ ਹੈ ਬਿਉਂਤ। ਜਿਸ ਨੇ ਬਿਉਂਤਬੰਦੀ ਸਾਰੀ ਕਰਕੇ ਰੱਖੀ ਹੋਈ ਹੈ, ਉਹ ਵਾਹਿਗੁਰੂ ਸਭ ਕੁਝ ਜਾਣਦਾ ਹੈ। ਹੋਮ ਜਗ ਸਭ ਤੀਰਥਾ, ਪੜ ਪੰਡਤ ਥਕੇ ਪੁਰਾਣ। ਲੋਕ ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਦੁਨੀਆ ਦੇ ਲੋਕ ਬਥੇਰੇ ਧਰਮ ਕਰਮ ਸਾਧਨ ਕਰਦੇ ਨੇ,
ਪਰ ਮਾਇਆ ਦਾ ਮੋਹ ਨਹੀਂ ਮਿਟਦਾ। ਹਉਮ ਜਗ ਸਭ ਤੀਰਥ ਆ। ਕਈ ਲੋਕ ਹਮਨ ਕਰਦੇ ਨੇ, ਕਈ ਜਗ ਵੀ ਕਰਦੇ ਨੇ, ਤੇ ਬਹੁਤੇ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ। ਪੜ੍ਹ ਪੰਡਤ ਥੱਕੇ ਪ੍ਰਾਣ, ਤੇ ਪੰਡਤ ਲੋਕ ਪ੍ਰਾਣਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ ਨੇ, ਪਰ ਉਹਨਾਂ ਨੂੰ ਵੀ ਕੁਝ ਹਾਸਲ ਨਾ ਹੋਇਆ। ਬਿਖ ਮਾਇਆ ਮੋਹ ਨਾ ਮਿਟਈ, ਵਿੱਚ ਹਉਮੈ ਆਵਣ ਜਾਣ। ਇਹ ਮਾਇਆ ਦਾ ਮੋਹ ਜ਼ਹਿਰ ਹੈ। ਬਿਖ ਮਾਇਆ ਮੋਹ, ਇਹ ਮਾਇਆ ਰੂਪੀ ਜ਼ਹਿਰ ਦਾ ਮੋਹ ਉਹਨਾਂ ਦੇ ਅੰਦਰੋਂ ਮਿਟ ਨਹੀਂ ਸਕਿਆ। ਹਮਨ ਜਗ ਤੀਰਥ ਯਾਤਰਾ ਕਰਨ ਵਾਲੇ, ਪ੍ਰਾਣਾਂ ਨੂੰ ਪੜ੍ਹਨ ਵਾਲੇ ਪੰਡਤਾਂ ਦੇ ਮਨ ਦੇ ਵਿੱਚੋਂ ਇਸ ਮਾਇਆ ਦੀ ਜ਼ਹਿਰ ਦਾ ਮੋਹ ਨਹੀਂ ਮਿਟ ਸਕਿਆ। ਵਿੱਚ ਹਉਮੈ ਆਵਣ ਜਾਣ, ਤੇ ਹਉਮੈ ਦੇ ਕਾਰਨ ਉਹ ਬਾਰ-ਬਾਰ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਨੇ, ਉਹਨਾਂ ਦੀ ਰੂਹ ਭਟਕਦੀ ਰਹਿੰਦੀ ਹੈ। ਸਤਿਗੁਰ ਮਿਲਿਆ ਮਲ ਉਤਰੀ, ਹਰ ਜਪਿਆ ਪੁਰਖ ਸੁਜਾਨ। ਫਿਰ ਮਹਾਰਾਜ ਮਾਇਆ ਦਾ ਮੋਹ ਕਿਸੇ ਤਰ੍ਹਾਂ ਮਿਟ ਵੀ ਸਕਦਾ ਹੈ। ਹਜ਼ੂਰ ਕਹਿੰਦੇ ਭਾਈ ਹਾਂ ਮਿਟ ਸਕਦਾ ਹੈ। ਸਤਿਗੁਰ ਮਿਲਿਆ ਮਲ ਉਤਰੀ, ਜਦੋਂ ਕੋਈ ਮਨੁੱਖ ਸੱਚੇ ਸਤਿਗੁਰੂ ਦੇ ਨਾਲ ਮਿਲਦਾ ਹੈ ਤੇ ਸਤਿਗੁਰੂ ਦੇ ਨਾਲ ਮਿਲ ਕੇ ਹਰ ਜਪਿਆ ਪੁਰਖ ਸੁਜਾਨ, ਜਿਸ ਨੇ ਸੁਜਾਨ ਪੁਰਖ ਤੋਂ ਭਾਵ ਜਾਣੀ ਜਾਣ, ਦਾਨਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਮਲ ਉਤਰੀ, ਉਹਦੇ ਮਨ ਤੋਂ ਮਾਇਆ ਦੇ ਮੋਹ ਦੀ ਮੈਲ ਉਤਰ ਗਈ ਹੈ। ਜਿਨਾ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਦ ਕੁਰਬਾਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਵੀ ਉਸ ਅਕਾਲ ਪੁਰਖ ਨੂੰ, ਜੋ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਹੈ ਤੇ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੈ, ਜਨ ਨਾਨਕ ਸਦ ਕੁਰਬਾਨ, ਦਾਸਾ ਭਾਵ ਧਾਰਨ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਮਾਇਆ ਮੋਹ ਬਹੁ ਚਿਤਵ ਦੇ, ਬਹੁ ਆਸਾ ਲੋਭ ਵਿਕਾਰ। ਫਿਰ ਮਨਮੁਖਾਂ ਤੇ ਗੁਰਮੁਖਾਂ ਦੀ ਵਿਵਸਥਾ ਦਾ ਜ਼ਿਕਰ ਕਰਦੇ ਹਨ। ਮਾਇਆ ਮੋਹ ਬਹੁ ਚਿਤਵਦੇ, ਮਨਮੁਖ ਬੰਦੇ ਮਾਇਆ ਦੇ ਮੋਹ ਨੂੰ ਬਹੁਤਾ ਚਿਤਵਦੇ ਰਹਿੰਦੇ ਨੇ। ਮਾਇਆ ਮਨੋਹ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਮਨਮੁਖ ਬੰਦੇ ਮਾਇਆ ਦੇ ਮੋਹ ਨੂੰ ਬਹੁਤਾ ਚਿਤਵਦੇ ਨੇ। ਬਹੁ ਆਸਾ ਲੋਭ ਵਿਕਾਰ, ਉਹਨਾਂ ਦੇ ਮਨ ਦੇ ਵਿੱਚ ਬਹੁਤੀ ਮਾਇਆ ਦੀ ਇੱਛਾ ਹੁੰਦੀ ਹੈ, ਤੇ ਨਾਲ ਬਹੁਤਾ ਲੋਭ ਵੀ ਹੁੰਦਾ ਹੈ, ਤੇ ਨਾਲ ਹੋਰ ਵਿਕਾਰ ਵੀ ਹੁੰਦੇ ਨੇ, ਕਾਮ ਕ੍ਰੋਧ ਆਦਿਕ। ਇਸੇ ਲਈ ਉਹ ਦਿਨ ਰਾਤ ਹਮੇਸ਼ਾ ਲਈ ਬੇਚੈਨ ਤੇ ਪਰੇਸ਼ਾਨ ਹੀ ਰਹਿੰਦੇ ਹਨ। ਮਨਮੁਖ ਅਸਥਿਰ ਨਾ ਥੀਐ, ਮਰ ਬਿਨ ਸਜਾਏ ਖਿਨਵਾਰ। ਮਨਮੁਖ ਆਦਮੀ ਦਾ ਕਦੇ ਮਨ ਵੀ ਟਿਕਦਾ ਨਹੀਂ ਹੈ। ਅਸਥਿਰ ਤੋਂ ਭਾਵ ਹੁੰਦਾ ਟਿਕਣਾ। ਮਨਮੁਖ ਬੰਦੇ ਦਾ ਮਨ ਕਦੀ ਵੀ ਟਿਕਦਾ ਨਹੀਂ ਹੈ। ਮਰ ਬਿਨ ਸਜਾਏ ਖਿਨਵਾਰ, ਉਹ ਤੇ ਇੱਕ ਖਿਨਵਾਰ ਖਿਨ ਕਾਲ ਦੇ ਅੰਦਰ ਮਰਦਾ ਖਪਦਾ ਜਾਂਦਾ ਹੈ, ਮਰਦਾ ਖਪਦਾ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ ਮਨਮੁਖ ਆਦਮੀ ਦਾ ਕਦੀ ਵੀ ਮਨ ਟਿਕਦਾ ਨਹੀਂ ਹੈ। ਮਰ ਬਿਨ ਸਜਾਏ ਖਿਨਵਾਰ, ਵੀ ਉਹ ਤੇ ਖਿਨ ਕਾਲ ਹਮੇਸ਼ਾ ਲਈ ਮਰਦਾ ਤੇ ਜੰਮਦਾ ਰਹਿੰਦਾ, ਤੇ ਫਿਰ ਮਰਦਾ ਫਿਰ ਜੰਮਦਾ ਹੈ। ਬਾਰ-ਬਾਰ ਕਦੀ ਸਰੀਰਕ ਮੌਤੇ ਮਰਦਾ ਹੈ, ਕਦੀ ਆਤਮਕ ਮੌਤੇ ਮਰਦਾ ਰਹਿੰਦਾ ਹੈ। ਵਡ ਭਾਗ ਹੋਵੇ ਸਤਿਗੁਰ ਮਿਲੈ, ਹਉਮੈ ਤਜੈ ਵਿਕਾਰ। ਜੇ ਵੱਡਾ ਭਾਗ ਜਾਗ ਪਵੇ, ਫਿਰ ਸੱਚਾ ਸਤਿਗੁਰੂ ਮਿਲ ਸਕਦਾ ਹੈ। ਜਿਹਨੂੰ ਸੱਚਾ ਸਤਿਗੁਰੂ ਮਿਲ ਜਾਵੇ, ਹਉਮੈ ਤਜੈ ਵਿਕਾਰ, ਉਹ ਹਉਮੈ ਤੇ ਹੋਰ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਆਦਿਕ, ਉਹਨਾਂ ਨੂੰ ਛੱਡ ਦਿੰਦੇ। ਪਰ ਸਤਿਗੁਰੂ ਦੇ ਨਾਲ ਮਿਲ ਕੇ ਹੀ ਹਉਮੈ ਤੇ ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਹੈ। ਹਰ ਨਾਮਾ ਜਪ ਸੁਖ ਪਾਇਆ, ਜਨ ਨਾਨਕ ਸ਼ਬਦ ਵਿਚਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਸ਼ਬਦ ਵਿਚਾਰ। ਦਾਸਾ ਭਾਵ ਧਾਰਨ ਕਰਕੇ ਹਜ਼ੂਰ ਫਰਮਾਉਂਦੇ ਨੇ, ਅਸੀਂ ਤੇ ਸ਼ਬਦ ਦੀ ਵਿਚਾਰ ਕੀਤੀ ਹੈ ਤੇ ਸਾਨੂੰ ਪਤਾ ਲੱਗਿਆ ਹਰ ਨਾਮਾ ਜਪ ਸੁਖ ਪਾਇਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਉਹਨਾਂ ਨੇ ਆਤਮਕ ਸੁਖ ਨੂੰ, ਸदैवी ਸੁਖ ਨੂੰ ਪ੍ਰਾਪਤ ਕੀਤਾ ਹੈ। ਬਿਨ ਸਤਿਗੁਰ ਭਗਤ ਨਾ ਹੋਵਈ,
ਨਾਮ ਨਾ ਲੱਗੈ ਪਿਆਰ। ਲਓ, ਜਿਹੜੀ ਭਗਤੀ ਹੈ ਉਹ ਵੀ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਕਈ ਨਗੁਰੇ ਵੀ ਭਗਤੀ ਕਰਦੇ ਨੇ, ਪਰ ਉਹਨਾਂ ਦੀ ਭਗਤੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀ। ਬਿਨ ਸਤਿਗੁਰ ਭਗਤ ਨਾ ਹੋਵੇ। ਬਿਨਾਂ ਸਤਿਗੁਰੂ ਦੀ ਦੀਖਿਆ ਸਿੱਖਿਆ ਨੂੰ ਕਮਾਏ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਜੇ ਕੋਈ ਕਰਦਾ ਵੀ ਹੈ ਉਹ ਪ੍ਰਵਾਨ ਨਹੀਂ ਹੋ ਸਕਦੀ। ਨਾਮ ਨਾ ਲੱਗੈ ਪਿਆਰ, ਤੇ ਨਾ ਹੀ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਜਨ ਨਾਨਕ ਨਾਮ ਅਰਾਧਿਆ, ਗੁਰ ਕੈ ਹੇਤ ਪਿਆਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਵਾਹਿਗੁਰੂ ਦੇ ਨਾਮ ਨੂੰ ਅਰਾਧਿਆ ਹੈ, ਸਿਮਰਨ ਭਗਤੀ ਕੀਤੀ ਹੈ। ਕੀਤੀ ਕਿਵੇਂ ਹੈ? ਗੁਰ ਕੈ ਹੇਤ ਪਿਆਰ, ਗੁਰੂ ਦੇ ਨਾਲ ਪ੍ਰੇਮ ਪਿਆਰ ਕਰਕੇ। ਗੁਰੂ ਦੇ ਨਾਲ ਬਾਣੀ ਦਾ ਵੀ ਪ੍ਰੇਮ ਤੇ ਆਪਣੇ ਮਨ ਦਾ ਵੀ ਪ੍ਰੇਮ ਕਰਕੇ ਅਸੀਂ ਵਾਹਿਗੁਰੂ ਦੇ ਨਾਮ ਨੂੰ ਅਰਾਧਿਆ ਹੈ, ਤੇ ਇਸ ਢੰਗ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਈ ਹੈ। ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਗਰੀਬ ਨਵਾਜ਼ ਸਤਿਗੁਰੂ ਜੀ ਸਾਨੂੰ ਇੱਕ ਸਮਾਜਿਕ ਸਿੱਖਿਆ ਦੇਣ ਲੱਗੇ ਨੇ। ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਸਾਡਾ ਕਈ ਤਰ੍ਹਾਂ ਦੇ ਲੋਕਾਂ ਦੇ ਨਾਲ ਵਾਹ ਪੈਂਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਵਧਾਨ ਕਰਦੇ ਹਨ, ਲੋਭੀ ਕਾ ਵਿਸਾਹੋ ਨਾ ਕੀਜੈ। ਜਿਹੜਾ ਬੰਦਾ ਲੋਭੀ ਲਾਲਚੀ ਹੈ ਉਹਦਾ ਕਦੀ ਵਸਾਹ ਨਾ ਕਰੋ। ਜੇ ਕਾ ਪਾਰ ਵਸਾਏ, ਜਿੱਥੋਂ ਤੱਕ ਤੁਹਾਡੀ ਵਾਹ ਚੱਲੇ। ਲੋਭੀ ਤੇ ਭਰੋਸਾ ਨਾ ਕਰੋ, ਲੋਭੀ ਤੇ ਯਕੀਨ ਨਾ ਕਰੋ। ਕਿਉਂ? ਉਹਦਾ ਕੋਈ ਪਤਾ ਨਹੀਂ ਕਦੋਂ ਧੋਖਾ ਦੇ ਸਕਦਾ ਹੈ। ਅੰਤ ਕਾਲ ਤਿਥੈ ਤੁਹੈ, ਜਿਥੈ ਹੱਥ ਨਾ ਪਾਏ। ਲੋਭੀ ਆਦਮੀ ਆਉਂਦੇ ਸਮੇਂ ਉੱਥੇ ਧੋਖਾ ਕਰੇਗਾ ਜਿੱਥੇ ਕੋਈ ਸਾਡਾ ਹੱਥ ਵੀ ਨਹੀਂ ਪੈ ਸਕਦਾ। ਭਾਵ ਸਾਡੇ ਬਚਾਅ ਦਾ ਕੋਈ ਹੀਲਾ ਵਸੀਲਾ ਵੀ ਨਹੀਂ ਬਣ ਸਕਦਾ। ਲੋਭੀ ਆਦਮੀ ਉੱਥੇ ਤੁਹਾਡੇ ਨਾਲ ਧੋਖਾ ਕਰੇਗਾ। ਹੁਣ ਬਹੁਤ ਸਾਰੇ ਇਹੋ ਜਿਹੇ ਵੀ ਬਿਰਤਾਂਤ ਸੁਣਨ ਵਾਸਤੇ ਮਿਲਦੇ ਨੇ, ਬਈ ਕਈ ਜਿਹੜੇ ਏਜੰਸੀਆਂ ਦੇ ਬੰਦੇ ਨੇ, ਉਹਨਾਂ ਦਾ ਕੰਮ ਕੀ ਹੁੰਦਾ ਹੈ, ਕੋਈ ਚੰਗਾ ਲੀਡਰ ਹੋਵੇ, ਚੰਗਾ ਸੰਤ ਮਹਾਤਮਾ ਹੋਵੇ, ਜਿਹਦੇ ਮਗਰ ਦੁਨੀਆ ਹੋਵੇ, ਉੱਥੇ ਉਹ ਜਾ ਕੇ ਕੋਈ ਬਾਡੀਗਾਰਡ, ਕੋਈ ਸੇਵਾਦਾਰ, ਕੋਈ ਗੜਵਈ ਬਣ ਕੇ ਰਹਿਣ ਲੱਗ ਜਾਂਦੇ ਨੇ, ਤੇ ਫਿਰ ਆਪਣੇ ਆਪ ਨੂੰ ਛੁਪਾ ਕੇ ਲੁਕਾ ਕੇ ਰੱਖਦੇ ਨੇ। ਜਦੋਂ ਅਖੀਰਲਾ ਸਮਾਂ ਆਉਂਦਾ ਹੈ ਫਿਰ ਉਦੋਂ ਉਹ ਧੋਖਾ ਦਿੰਦੇ ਨੇ। ਅੱਜ ਜਿਵੇਂ ਸੁਣਿਆ ਹੈ, ਨਾਮਧਾਰੀਆਂ ਦੇ ਬਾਬਾ ਰਾਮ ਸਿੰਘ ਜੀ ਨਾਮਧਾਰੀਏ ਹੋਏ ਨੇ, ਉਹਨਾਂ ਦੇ ਮੁਖੀ ਸਨ। ਉਹਨਾਂ ਦਾ ਇੱਕ ਗੜਵਈ ਸੀ, ਹੈ ਸੀ ਉਹ ਕਿਸੇ ਏਜੰਸੀ ਦਾ ਬੰਦਾ, ਪ੍ਰਤਾਪ ਸਿੰਘ ਉਸਦਾ ਨਾਮ, ਮਹਾਂਪੁਰਖ ਦੱਸਦੇ ਸਨ। ਉਹ ਪਲ ਪਲ ਦੀ CID ਗੌਰਮੈਂਟ ਨੂੰ ਦਿੰਦਾ ਸੀ, ਅੰਗਰੇਜ਼ ਸਰਕਾਰ ਸੀ ਉਸ ਵੇਲੇ। ਅਖੀਰ ਸਰਕਾਰ ਨੇ ਸਾਰਾ ਭੇਤ ਲੈ ਕੇ ਬਾਬਾ ਰਾਮ ਸਿੰਘ ਜੀ ਨੂੰ ਕਾਲੇ ਪਾਣੀ ਭੇਜਣ ਦਾ ਫੈਸਲਾ ਕੀਤਾ। ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਦੇਸ਼ ਧਰੋਹ ਦਾ ਉਹਨਾਂ ਦੇ ਕੇਸ ਮੁਕੱਦਮਾ ਦਾਇਰ ਕੀਤਾ ਗਿਆ, ਤੇ ਫਿਰ ਜਦੋਂ ਕਾਲੇ ਪਾਣੀ ਭੇਜਣ ਲੱਗੇ ਨਾ, ਉਸ ਵੇਲੇ ਜਿਹੜੇ ਅੰਗਰੇਜ਼ ਆਫੀਸਰ ਸਨ ਉਹ ਬਾਬਾ ਰਾਮ ਸਿੰਘ ਜੀ ਨੂੰ ਪੁੱਛਣ ਲੱਗੇ, ਤੁਹਾਡੀ ਹੁਣ ਦੱਸੋ ਇੱਛਾ ਕੀ ਹੈ, ਤੁਹਾਨੂੰ ਕਾਲੇ ਪਾਣੀ ਵਿੱਚ ਭੇਜਣਾ ਚਾਹੁੰਦੇ ਹਾਂ। ਆ ਨਿਕੋਬਾਰ, ਅੰਡੇਮਾਨ ਟਾਪੂ, ਇਹਨੂੰ ਕਾਲਾ ਪਾਣੀ ਕਹਿੰਦੇ ਸਨ। ਤੇ ਬਾਬਾ ਰਾਮ ਸਿੰਘ ਜੀ ਕਹਿਣ ਲੱਗੇ, ਆ ਜਿਹੜਾ ਸਾਡਾ ਗੜਵਈ ਸੀ ਪ੍ਰਤਾਪ ਸਿੰਘ, ਬੜੀ ਸੇਵਾ ਕਰਦਾ ਸੀ, ਤੁਸੀਂ ਇਹਨੂੰ ਨਾਲ ਭੇਜ ਦਿਓ। ਗੋਰੇ ਅਫਸਰ ਹੱਸ ਪਏ, ਕਹਿਣ ਲੱਗੇ ਤੁਸੀਂ ਇਹਨੂੰ ਪੁੱਛ ਲਵੋ, ਜੇ ਜਾਂਦਾ ਤੇ ਲੈ ਜਾਓ। ਜਦੋਂ ਬਾਬਾ ਰਾਮ ਸਿੰਘ ਜੀ ਉਹਨੂੰ ਪੁੱਛਣ ਲੱਗੇ, ਪ੍ਰਤਾਪ ਸਿੰਘ ਸਾਡੇ ਨਾਲ ਜਾਵੇਂਗਾ, ਮੁਸਕਰਾ ਕੇ, ਹੱਸ ਕੇ, ਮਜ਼ਾਕ ਦੇ ਨਾਲ ਕਹਿਣ ਲੱਗਾ, ਮੇਰੀ ਡਿਊਟੀ ਇੱਥੋਂ ਤੱਕ ਹੀ ਸੀ, ਹੁਣ ਅੱਗੇ ਮੈਂ ਤੁਹਾਡੇ ਨਾਲ ਜਾਣਾ। ਬੰਦਾ ਹੀ ਉਹਨਾਂ ਦਾ ਸੀ, ਸਰਕਾਰ ਦਾ। ਆਉਂਦੇ ਸਮੇਂ ਉੱਥੇ ਉਹ ਧੋਖਾ ਕਰਦੇ ਨੇ ਜਿੱਥੇ ਕੋਈ ਹੱਥ ਵੀ ਨਹੀਂ ਪੈ ਸਕਦਾ।
ਕੋਈ ਸਾਡੀ ਸਹਾਇਤਾ ਵੀ ਨਹੀਂ ਕਰ ਸਕਦਾ, ਸਾਡਾ ਬਚਾਅ ਨਹੀਂ ਹੋ ਸਕਦਾ, ਉੱਥੇ ਆ ਕੇ ਮੰਝ ਧਾਰ ਉਹ ਸਾਨੂੰ ਧੱਕਾ ਦਿੰਦੇ ਹਨ। ਮਨਮੁਖ ਸੇਤੀ ਸੰਗ ਕਰੇ, ਮੋਹੇ ਕਾਲਖ ਦਾਗ ਲਗਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਮਨਮੁੱਖਾਂ ਦੀ ਸੰਗਤ ਕਰਦਾ ਹੈ, ਮਨਮੁੱਖਾਂ ਦੇ ਨਾਲ ਮੇਲ ਮਿਲਾਪ ਕਰਦਾ ਹੈ, ਮੋਹੇ ਕਾਲਖ ਦਾਗ ਲਗਾਏ, ਉਹਦੇ ਮੂੰਹ ਉੱਤੇ ਕਾਲਖ ਦਾ ਦਾਗ ਲੱਗਦਾ। ਕਿਉਂ? ਬਾਸਨ ਕਾਰੋ ਪਰਸੀਆ ਤਾਉ ਕਸ਼ ਲੱਗੈ ਦਾਗ। ਸਾਕਤ ਦੀ ਸੰਗਤ ਕਾਲੇ ਭਾਂਡੇ ਵਰਗੀ ਹੈ, ਜਦੋਂ ਉਹਨੂੰ ਹੱਥ ਲੱਗ ਗਿਆ ਜਾਂ ਕੋਈ ਕੱਪੜਾ ਛੋਹ ਗਿਆ, ਕਾਲਸ ਤੇ ਲੱਗ ਹੀ ਜਾਣੀ ਹੈ। ਮੋਹ ਕਾਲੇ ਤਿਨ ਲੋਭੀਆਂ, ਜਾਸਨ ਜਨਮ ਗਵਾਏ। ਉਹਨਾਂ ਲੋਭੀਆਂ ਦੇ ਆਖਰ ਮੂੰਹ ਕਾਲੇ ਹੁੰਦੇ ਨੇ, ਲਾਹਣਤਾਂ ਪੈਂਦੀਆਂ ਨੇ, ਲੋਕੀ ਦੁਰਕਾਰਦੇ ਨੇ, ਜਾਸਨ ਜਨਮ ਗਵਾਏ। ਫਿਰ ਉਹ ਆਪਣਾ ਹੀਰੇ ਵਰਗਾ ਅਮੋਲਕ ਜਨਮ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤ ਸੰਗਤ ਹਰ ਮੇਲ ਪ੍ਰਭ। ਜਦੋਂ ਵਾਹਿਗੁਰੂ ਕਿਰਪਾ ਕਰਕੇ ਸਤਿਗੁਰੂ ਦੀ ਸਤਸੰਗਤ ਦੇ ਨਾਲ ਮੇਲ ਕਰਵਾ ਦਿੰਦੇ, ਭਾਵ ਪਾਰ ਬ੍ਰਹਮ ਪਰਮੇਸ਼ਰ ਜਦੋਂ ਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ, ਹਰ ਨਾਮ ਵਸਾ ਮਨ ਆਏ। ਫਿਰ ਵਾਹਿਗੁਰੂ ਦਾ ਨਾਮ ਸਾਡੇ ਮਨ ਵਿੱਚ ਆ ਕੇ ਵਸਦਾ ਹੈ। ਪਹਿਲਾਂ ਵਾਹਿਗੁਰੂ ਦੀ ਕਿਰਪਾ ਹੁੰਦੀ, ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ, ਅਤੇ ਜਦੋਂ ਪੂਰੇ ਗੁਰੂ ਦੇ ਨਾਲ ਮਿਲਾਪ ਹੋਵੇ, ਫਿਰ ਵਾਹਿਗੁਰੂ ਦਾ ਨਾਮ ਮਨ ਵਿੱਚ ਆ ਕੇ ਵਸਦਾ ਹੈ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਡਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਇਹ ਜਨਮਾਂ ਜਨਮਾਂ ਦੀ ਪਾਪਾਂ ਦੀ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ। ਕਿਵੇਂ? ਜਨ ਨਾਨਕ ਹਰ ਗੁਣ ਗਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਗੁਣ ਗਾ ਕੇ, ਸਿਫਤ ਸਲਾਹ ਕਰਕੇ ਜਨਮਾਂ ਜਨਮਾਂ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਗੁਣ ਗਾਉਣ ਦੇ ਨਾਲ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲੈ ਜਾਂਦੀ ਹੈ। ਧੁਰ ਹਰ ਪ੍ਰਭ ਕਰਤੈ ਲਿਖਿਆ, ਸੋ ਮੇਟਣਾ ਨਾ ਜਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਧੁਰ ਦਰਗਾਹ ਤੋਂ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੈ, ਸੋ ਮਿਟਣਾ ਨਾ ਜਾਏ। ਉਹ ਭਾਈ ਕਦੇ ਮਿਟ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਨੇ, ਲੇਖ ਨਾ ਮਿਟੀ ਹੈ ਸਖੀ, ਜੋ ਲਿਖਿਆ ਕਰਤਾਰ। ਕਰਮਵਾਦ ਦਾ ਸਿਧਾਂਤ ਹੈ, ਭੋਗੇ ਬਿਨ ਭਾਗੇ ਨਹੀਂ, ਕਰਮ ਵੱਡੇ ਬਲਵਾਨ। ਇੱਕ ਕਰਮ ਸ਼ਾਸਤਰ ਦਾ ਸੂਤਰ ਆਉਂਦਾ ਹੈ, ਅਵਸ਼ ਮੇ ਭੁਗਤਭਯੰ ਕਿਰਤਮ ਕਰਮ ਸ਼ੁਭਾ ਸ਼ੁਭੰ, ਆਪੋਗਤੰ ਨਾ ਖੀਅਤੇ ਕੋੜ ਜਨਮ ਜਤੀਰਤੇ। ਜੇ ਕਰੋੜਾਂ ਜਨਮ ਵੀ ਲੰਘ ਜਾਣ ਨਾ, ਤਾਂ ਵੀ ਕੀਤੇ ਕਰਮਾਂ ਦਾ ਫਲ ਤੇ ਭੋਗਣਾ ਹੀ ਪੈਂਦਾ ਹੈ। ਜੀਉ ਪਿੰਡ ਸਭ ਤਿਸ ਦਾ, ਪ੍ਰਤਪਾਲ ਕਰੇ ਹਰ ਰਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਆ ਜੀਓ ਜਿੰਦ ਜਾਨ ਪਿੰਡ ਸਰੀਰ ਸਭ ਉਸ ਵਾਹਿਗੁਰੂ ਦਾ ਦਿੱਤਾ ਹੋਇਆ। ਪ੍ਰਤਪਾਲ ਕਰੇ ਹਰ ਰਾਏ। ਉਹ ਪਾਤਸ਼ਾਹ ਪ੍ਰਭੂ ਸਾਡੇ ਸਾਰਿਆਂ ਦੀ ਪਾਲਣਾ ਪੋਸ਼ਣਾ ਵੀ ਕਰ ਰਿਹਾ ਹੈ। ਚੁਗਲ ਨਿੰਦਕ ਭੁੱਖੇ ਰੁਲ ਮੁਏ, ਇਨਾ ਹੱਥ ਨਾ ਕਿਥਾਊ ਪਾਏ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਜਿਹੜੇ ਚੁਗਲ ਨੇ, ਮੁਖਬਰੀ ਕਰਨ ਵਾਲੇ, ਟੌਟੀ ਕਰਨ ਵਾਲੇ, ਨਿੰਦਕ ਜਿਹੜੇ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਨੇ, ਉਹ ਭੁੱਖੇ ਰੁਲ ਕੇ ਮਰ ਗਏ ਨੇ। ਇਹਨਾਂ ਹੱਥ ਨਾ ਕਿਥਾਊ ਪਾਏ, ਇਹਨਾਂ ਦਾ ਵੀ ਕਿਧਰੇ ਹੱਥ ਨਹੀਂ ਪੈਂਦਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਵੀ ਗੋਂਦੇ ਦਾ ਪੁੱਤਰ, ਗੋਂਦੇ ਦੇ ਭਤੀਜੇ, ਕਈ ਹੋਰ ਇਸ ਦੇ ਪਰਿਵਾਰ ਦੇ ਮੈਂਬਰ ਗੁਰੂ ਮਹਾਰਾਜ ਦੇ ਖਿਲਾਫ ਸ਼ਿਕਾਇਤ ਕਰਨ ਵਾਸਤੇ ਗਏ ਲਾਹੌਰ ਦੇ ਵਿੱਚ। ਉੱਥੇ ਮੂੰਹ ਦੀ ਖਾਣੀ ਪਈ। ਚੁਗਲ ਨਿੰਦਕ ਸਾਰੇ ਭੁੱਖੇ ਰੁਲ ਕੇ ਮਰ ਗਏ। ਇਹਨਾਂ ਦਾ ਹੱਥ ਵੀ ਕਿਧਰੇ ਨਹੀਂ ਪੈ ਸਕਿਆ। ਜੋ ਗੁਰੂ ਘਰ ਦੀ ਨਿੰਦਿਆ ਕਰਦੇ ਸਨ,
ਤੇ ਗੁਰੂ ਘਰ ਦੀ ਮਾਇਆ ਨੂੰ ਲੁੱਟਣਾ ਚਾਹੁੰਦੇ ਸਨ ਤੇ ਉਹਨਾਂ ਨੂੰ ਕੀਤੀ ਦਾ ਫਲ ਭੋਗਣਾ ਪਿਆ। ਬਾਹਰ ਪਾਖੰਡ ਸਭ ਕਰਮ ਕਰਹਿ, ਮਨ ਹਿਰਦੈ ਕਪਟ ਕਮਾਏ। ਦੁਨੀਆ ਦੇ ਵਿੱਚ ਜਿਹੜੇ ਪਖੰਡੀ ਲੋਕ ਨੇ, ਬਾਹਰੋਂ ਸਾਰੇ ਦਿਖਾਵੇ ਦੇ ਲਈ ਉਹ ਕਰਮ ਕਰਦੇ ਨੇ। ਮਨ ਹਿਰਦੈ ਕਪਟ ਕਮਾਏ, ਉਹਨਾਂ ਦੇ ਮਨ ਤੇ ਹਿਰਦੇ ਵਿੱਚ ਕਪਟ ਹੁੰਦਾ ਹੈ, ਛਲ ਹੁੰਦਾ ਹੈ, ਲੁੱਟਣ ਦੀ ਠੱਗਣ ਦੀ ਭਾਵਨਾ ਹੁੰਦੀ ਹੈ। ਮਨ ਤੇ ਹਿਰਦੇ ਵਿੱਚ ਕਪਟ ਕਮਾਉਂਦੇ ਨੇ ਤੇ ਬਾਹਰੋਂ ਜਿੰਨੇ ਵੀ ਕਰਮ ਕਰਦੇ ਨੇ ਉਹ ਲੋਕ ਦਿਖਾਵੇ ਲਈ ਕਰਦੇ ਨੇ ਤੇ ਪਖੰਡ ਦੇ ਕਰਦੇ ਨੇ। ਅੰਦਰੋਂ ਉਹਨਾਂ ਦੇ ਭਾਵਨਾ ਕੁਝ ਹੋਰ ਹੁੰਦੀ ਹੈ। ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਰੀਰ ਖੇਤ ਹੈ, ਸਰਮ ਪਾਣੀ ਤਨ ਖੇਤ। ਸਰੀਰ ਖੇਤ ਵਿੱਚ ਜੋ ਬੀਜੀਆ, ਜੋ ਆਪਾਂ ਪੁੰਨ ਪਾਪ ਦਾ ਬੀਜ ਬੀਜਦੇ ਹਾਂ, ਚੰਗੇ ਮਾੜੇ ਕਰਮ ਦਾ ਬੀਜ ਬੀਜਦੇ ਹਾਂ, ਅੰਤ ਖਲੋਆ ਆਏ, ਉਹ ਅੰਤ ਨੂੰ ਸਾਹਮਣੇ ਆ ਕੇ ਖਲੋ ਜਾਂਦਾ ਹੈ। ਜਿਹਾ ਬੀਜਾ ਸੋ ਲੂਣਾ, ਕਰਮਾ ਸੰਦੜਾ ਖੇਤ, ਫਿਰ ਉਹੋ ਜਿਹਾ ਫਲ ਸਾਨੂੰ ਭੋਗਣਾ ਪੈਂਦਾ ਹੈ। ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੈ ਬਖਸ਼ ਮਿਲਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਹਰ ਭਾਵੈ ਬਖਸ਼ ਮਿਲਾਏ। ਵਾਹਿਗੁਰੂ ਜੀ, ਜੇ ਆਪ ਜੀ ਨੂੰ ਭਾ ਜਾਵੇ, ਤੁਸੀਂ ਸਾਡੀਆਂ ਸਾਰੀਆਂ ਗਲਤੀਆਂ ਨੂੰ, ਭੁੱਲਾਂ ਨੂੰ, ਗੁਨਾਹਾਂ ਨੂੰ ਮਾਫ ਕਰਕੇ ਬਖਸ਼ ਕੇ ਆਪਣੇ ਨਾਲ ਮਿਲਾ ਲਵੋ। ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਇੱਕ ਅਨਾਥਪੁਰੀ ਜੀ ਬੜੇ ਵਿਦਵਾਨ ਹੋਏ ਨੇ, ਉਹਨਾਂ ਨੇ ਵੀ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ। ਕਾਗਦ ਲੇਖਾ ਜਾਓ ਕਰੋ, ਕਹਾਂ ਪਜਾਵੋ ਨਾਥ, ਔਗੁਣ ਮੇਰੇ ਬਖਸ਼ੀਏ, ਮਾਥੇ ਧਰ ਕੇ ਹੱਥ। ਤੇ ਮੇਰੇ ਮੱਥੇ ਤੇ ਹੱਥ ਰੱਖ ਕੇ ਮੇਰੇ ਔਗੁਣਾਂ ਨੂੰ ਮਾਫ ਕਰ ਦਿਓ। ਜੇ ਕਾਗਜ਼ ਤੇ ਲੇਖਾ ਲਿਖਣ ਲੱਗ ਪਏ, ਫਿਰ ਅਸੀਂ ਛੁੱਟ ਨਹੀਂ ਸਕਾਂਗੇ। ਲੇਖਾ ਕਤਹਿ ਨਾ ਛੁੱਟੀਏ। ਇਸੇ ਲਈ ਮਹਾਰਾਜ, ਤੁਸੀਂ ਸਾਡੇ ਸਾਰੀਆਂ ਗਲਤੀਆਂ ਨੂੰ, ਭੁੱਲਾਂ ਨੂੰ ਨਾ ਚਿਤਾਰਦਿਆਂ ਹੋਇਆਂ ਸਾਰੀਆਂ ਨੂੰ ਮਾਫ ਕਰ ਦਿਓ ਤੇ ਆਪਣੇ ਨਾਲ ਮਿਲਾ ਲਵੋ। ਇਹ ਹੈ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ। ਸਤਿਗੁਰੂ ਮਿਹਰ ਕਰਨ, ਇਹ ਗੁਰਬਾਣੀ ਦੀ ਕਥਾ ਦਾ ਭਾਵ ਵਿਚਾਰ ਸਾਡੇ ਜੀਵਨ ਵਿੱਚ ਵਸੇ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ। ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੈ ਬਖਸ਼ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।